हुण बनी। अच्छा, सो 5वें चैप्टर नूं जिसले असीं शुरू करदे हां ते उत्थे इहदे विच सब तो पहला आउंदा परमेश्वर ते प्यार। अपना प्यार उहने सानू किस तरह कीता जदों असीं पापी सी, ते जगत दे नाल इन्ना प्यार कीता कि उसने अपना इकलौता पुत्र दे दिता। मेरे नाल रोमन्स दे विच आ जाओ, असीं रोमन्स दे विचों 8वां चैप्टर असीं पढ़ांगे। उसदियां मैं पन्ना जिसनूं मिल जाए 8वां चैप्टर पन्ना 10 276 पन्ना पास्टर जी। थैंक यू मेरी भैन। 8वां चैप्टर असीं इसनूं 31 आयत तो लैके देखांगे अखीर तक जिन्हों मिल। मैं पढ़ दूंगा पास्टर जी। हाँ जी, गो अहेड मेरा बेटा। पेज 278 है परमेश्वर दा प्यार। इन्हां सब गल्लां नूं देखदे होए असीं की कहीए ਇਹ ਕਿ ਜੇਕਰ ਪਰਮੇਸ਼ਵਰ ਸਾਡੀ ਵੱਲ ਹੈ ਤਾਂ ਫਿਰ ਸਾਡੇ ਵਿਰੁੱਧ ਕੌਣ ਹੋ ਸਕਦਾ ਹੈ। ਇੱਥੋਂ ਤੱਕ ਕਿ ਉਸਨੇ ਆਪਣੇ ਪੁੱਤਰ ਨੂੰ ਵੀ ਪਿੱਛੇ ਨਾ ਛੱਡਿਆ, ਸਗੋਂ ਸਾਡੇ ਸਾਰਿਆਂ ਦੇ ਲਈ ਉਸਨੂੰ ਬਲੀ ਚੜਾ ਦਿੱਤਾ, ਤਾਂ ਕਿ ਉਹ ਇਸ ਦੇ ਨਾਲ ਬਾਕੀ ਸਭ ਕੁਝ ਸਾਨੂੰ ਮੁਫਤ ਨਹੀਂ ਦੇਵੇਗਾ। ਪਰਮੇਸ਼ਵਰ ਦੇ ਚੁਣਿਆ ਹੋਇਆਂ ਤੇ ਕੌਣ ਦੋਸ਼ ਲਾ ਸਕਦਾ ਹੈ। ਪਰਮੇਸ਼ਵਰ ਆਪ ਉਹਨਾਂ ਨੂੰ ਨਿਰਦੋਸ਼ੀ ਠਹਿਰਾਉਂਦਾ ਹੈ, ਸੋ ਉਹਨਾਂ ਤੇ ਕੌਣ ਦੋਸ਼ ਲਾ ਸਕਦਾ ਹੈ। ਇਹ ਯਿਸੂ ਮਸੀਹ ਹਨ ਜੋ ਮਰ ਗਏ, ਇੰਨਾ ਹੀ ਨਹੀਂ ਸਗੋਂ ਉਹ ਜਿੰਦਾ ਵੀ ਕੀਤੇ ਗਏ ਅਤੇ ਪਰਮੇਸ਼ਵਰ ਦੇ ਸੱਜੇ ਹੱਥ ਵਿਰਾਜਮਾਨ ਹਨ। ਹੁਣ ਉਹ ਸਾਡੇ ਲਈ ਪਰਮੇਸ਼ਵਰ ਅੱਗੇ ਪ੍ਰਾਰਥਨਾ ਕਰਦੇ ਹਨ, ਸਾਨੂੰ ਮਸੀਹ ਦੇ ਪਿਆਰ ਤੋਂ ਕੌਣ ਵੱਖਰਾ ਕਰ ਸਕਦਾ ਹੈ। ਕੀ ਦੁੱਖ ਜਾਂ ਪੀੜਾਂ ਜਾਂ ਅਤਿਆਚਾਰ ਜਾਂ ਭੁੱਖ ਜਾਂ ਗਰੀਬੀ ਜਾਂ ਡਰ ਜਾਂ ਤਲਵਾਰ। ਇਸ ਬਾਰੇ ਧਰਮ ਗ੍ਰੰਥ ਕਹਿੰਦਾ ਹੈ, ਅਸੀਂ ਤੇਰੇ ਲਈ ਮੌਤ ਦੇ ਮੂੰਹ ਵਿੱਚ ਸਾਰਾ ਦਿਨ ਰਹਿੰਦੇ ਹਾਂ। ਸਾਡੇ ਨਾਲ ਉਸ ਭੇਡ ਵਰਗਾ ਵਰਤਾਓ ਹੁੰਦਾ ਹੈ ਜੋ ਵੱਢੀ ਜਾਣ ਵਾਲੀ ਹੈ, ਪਰ ਨਹੀਂ, ਅਸੀਂ ਉਸ ਦੇ ਦੁਆਰਾ ਜਿਸ ਨੇ ਸਾਨੂੰ ਪਿਆਰ ਕੀਤਾ ਹੈ ਮਹਾਂ ਜੇਤੂ ਸਿੱਧ ਹੁੰਦੇ ਹਾਂ। ਮੇਰਾ ਪੂਰਾ ਵਿਸ਼ਵਾਸ ਹੈ ਕਿ ਸਾਨੂੰ ਕੋਈ ਚੀਜ਼ ਉਸ ਦੇ ਪਿਆਰ ਤੋਂ ਵੱਖਰਾ ਨਹੀਂ ਕਰ ਸਕਦੀ, ਨਾ ਮੌਤ, ਨਾ ਜੀਵਨ, ਨਾ ਸਵਰਗਦੂਤ, ਨਾ ਸ਼ੈਤਾਨ ਦੀਆਂ ਸ਼ਕਤੀਆਂ, ਨਾ ਵਰਤਮਾਨ, ਨਾ ਭਵਿੱਖ, ਨਾ ਪ੍ਰਕਿਰਤਿਕ ਸ਼ਕਤੀਆਂ, ਨਾ ਆਕਾਸ਼ ਦੀਆਂ ਸ਼ਕਤੀਆਂ, ਨਾ ਪਤਾਲ ਦੀਆਂ ਸ਼ਕਤੀਆਂ, ਬਲਕਿ ਸਾਰੀ ਸ੍ਰਿਸ਼ਟੀ ਦੀ ਕੋਈ ਵੀ ਚੀਜ਼ ਸਾਨੂੰ ਪਰਮੇਸ਼ਵਰ ਦੇ ਪਿਆਰ ਤੋਂ ਜੋ ਪ੍ਰਭੂ ਯਿਸੂ ਮਸੀਹ ਦੇ ਦੁਆਰਾ ਸਾਡੇ ਤੇ ਪ੍ਰਗਟ ਕੀਤਾ ਗਿਆ ਹੈ ਵੱਖਰਾ ਨਹੀਂ ਕਰ ਸਕਦੀ ਹੈ। ਆਮੀਨ। ਵੱਖਰਾ ਨਹੀਂ ਕਰ ਸਕਦੀ, ਉਹਦੇ ਪਿਆਰ ਤੋਂ ਸਾਨੂੰ ਕੋਈ ਚੀਜ਼ ਵੱਖਰਾ ਨਹੀਂ ਕਰ ਸਕਦੀ। ਔਰ ਇਹ ਜਿਹੜਾ ਪਿਆਰ ਆ ਇਹ ਉਧਰਲੇ ਪਾਸਿਓਂ, ਇਸ ਸਵਰਗ ਦੇ ਵੱਲੋਂ, ਇਹ ਜਿਹੜਾ ਉਸਨੇ ਧਰਤੀ ਦੀਆਂ ਨੀਹਾਂ ਰੱਖਣ ਤੋਂ ਪਹਿਲਾਂ ਜਿਹੜੇ ਚੁਣੇ ਆ ਉਹਨਾਂ ਦੇ ਲਈ। ਸੋ ਇਹ ਪ੍ਰਭੂ ਦਾ ਪਿਆਰ ਆ ਕਿ ਜਿਹੜਾ ਉਸਨੇ ਸਾਡੇ ਨਾਲ ਕੀਤਾ। ਇਸ ਲਈ ਕੀਤਾ ਸਾਨੂੰ ਇਸ ਕਰਕੇ ਕਿ ਅਸੀਂ ਬਹੁਤ ਧਰਮੀ ਸੀਗੇ ਜਾਂ ਅਸੀਂ ਪ੍ਰਭੂ ਨੂੰ ਬਹੁਤ ਜ਼ਿਆਦਾ ਪਿਆਰ ਕਰਨ ਵਾਲੇ ਸੀ। ਨਹੀਂ, ਉਸਨੇ ਪਿਆਰ ਉਸ ਵੇਲੇ ਕੀਤਾ ਜਿਸ ਲਈ ਅਸੀਂ ਅਧਰਮ ਦੇ ਵਿੱਚ ਫਸੇ ਹੋ ਸੀ, ਜਿਸ ਵੇਲੇ ਉਹਦੇ ਆਪਣੇ ਲੋਕ ਪਾਪ ਦੇ ਵਿੱਚ ਫਸੇ ਹੋ ਸੀ, ਜਿਸ ਵੇਲੇ ਉਹਦੇ ਆਪਣਿਆਂ ਲੋਕਾਂ ਨੇ ਹੀ ਜਿਨ੍ਹਾਂ ਨੂੰ ਉਸਨੇ ਤੁਰੇਤ ਦਿੱਤੀ, ਜਿਨ੍ਹਾਂ ਨੂੰ ਉਸਨੇ ਨੇਮ ਦਿੱਤਾ, ਜਿਹੜਾ ਅਬਰਾਹਮ ਦੇ ਰਾਹੀਂ ਉਸਨੇ ਚੁਣੇ, ਦੇਸ਼ ਦਿੱਤਾ, ਉਹ ਹੀ ਉਹਦੇ ਘੱਲੇ ਹੋਏ ਨਬੀਆਂ ਨੂੰ ਮਾਰਦੇ ਪਏ ਸੀ। ਉਹ ਹੀ ਕਿਸੇ ਆਉਣ ਵਾਲੇ ਦਾ ਸ਼ਬਦ ਸੁਣਨ ਨੂੰ ਤਿਆਰ ਨਹੀਂ ਸੀ। ਯਿਸੂ ਤੋਂ ਤਾਂ ਉਹਨਾਂ ਨੂੰ ਖਤਰਾ ਸੀਗਾ ਹੀ ਸੀਗਾ, ਲੇਕਿਨ ਅਸੀਂ ਇਹ ਵੀ ਦੇਖਦੇ ਪਏ ਹਾਂ ਕਿ ਉਹਦਿਆਂ ਲੋਕਾਂ ਨੇ ਹੀ ਜਿਸ ਵੇਲੇ ਯਹੂਨਾ ਬਪਤਿਸਮਾ ਦੇਣ ਵਾਲੇ ਨੂੰ ਵੀ ਉਹਨਾਂ ਨੇ ਛੱਡਿਆ ਨਹੀਂ, ਉਹਨੂੰ ਵੀ ਮਾਰ ਦਿੱਤਾ। ਸਟੇਫਨਸ ਨੂੰ ਉਹਨਾਂ ਨੇ ਮਾਰ ਦਿੱਤਾ। ਪਤਰਸ ਨੂੰ ਮਾਰਨ ਦੀਆਂ ਉਹ ਸੋਚਾਂ ਸੋਚਦੇ ਪਏ ਸੀ। ਪ੍ਰਭੂ ਨੂੰ ਉਹ ਸਭ ਕੁਝ ਪਤਾ ਸੀ। ਇਹ ਹੁੰਦਿਆਂ ਹੋਇਆਂ ਪ੍ਰਭੂ ਨੇ ਪਿਆਰ ਕੀਤਾ। ਅਸੀਂ ਬਾਕੀ ਦੇ ਤਾਂ ਅਸੀਂ ਬੁੱਤ ਪ੍ਰਸਤੀ ਦੇ ਵਿੱਚ ਫਸੇ ਹੋਈ ਸੀ। ਬਾਕੀਆਂ ਦਾ ਤਾਂ ਕੀ ਕਹਿਣਾ, ਸਾਨੂੰ ਤਾਂ ਜਿੰਨਾ ਕੁ ਪਤਾ ਸੀ ਲੈ ਕੇ ਤੁਰੇ ਹੋ ਸੀ। ਸਾਡੇ ਬਜ਼ੁਰਗ ਉਸ ਚੀਜ਼ ਨੂੰ ਲੈ ਕੇ ਤੁਰੇ ਹੋ ਸੀ। ਉਹਨਾਂ ਨੂੰ ਸਿਰਫ ਮੋਮਬੱਤੀ ਦਿੱਤੀ ਗਈ ਸੀ, ਉਸ ਮਾਲਕ ਵੱਲੋਂ ਵਿਚਾਰੇ ਮੋਮਬੱਤੀ ਲੈ ਕੇ ਤੁਰੇ, ਔਰ ਮੋਮਬੱਤੀ ਦੇ ਵਿੱਚ ਉਡੀਕਦੇ ਰਹਿ ਕੇ ਇੱਕ ਮਸੀਹਾ ਆਉਣਾ ਹੈ। ਉਹਨਾਂ ਨੂੰ ਪਤਾ ਸੀ। ਧਰਮ ਗ੍ਰੰਥ ਕੋਈ ਵੀ ਇਸ ਚੀਜ਼ ਨੂੰ ਨਹੀਂ ਛੱਡਦਾ ਕਿ ਆਉਣ ਵਾਲੇ ਨੇ ਆਉਣਾ ਹੈ, ਇੰਨਾ ਉਹਨਾਂ ਨੂੰ ਪਤਾ ਸੀ।
कि एक जिहड़ा सतगुर आ वो आना है, सच्चे गुरु ने आना है, जिन्हें पार उतारा करना। और ये सब कुछ हुंदियां होया प्रभु ने अपना पुत्र दिता, और उसदे राही उसने एक ध्यान दे नाल इस हिस्से नूं देखदे पए हां ते ਉਹ ਇਹ ਕਹਿ ਰਿਹਾ ਕਿ ਸਾਨੂੰ ਮਸੀਹ ਦੇ ਪਿਆਰ ਤੋਂ ਕੋਈ ਚੀਜ਼ ਵੱਖਰੀ ਨਹੀਂ ਕਰ ਸਕਦੀ, ਕੋਈ ਚੀਜ਼ ਵੱਖਰੀ ਨਹੀਂ ਕਰ ਸਕਦੀ ਉਹਦੇ ਪਿਆਰ ਤੋਂ। ਬਾਂਹ ਉਹਨੇ ਫੜੀ ਹੈ, ਹਰਿੰਦਰ ਸੋਤੇ ਦੀ ਬਾਂਹ ਉਹਨੇ ਫੜੀ, ਮੈਂ ਉਹਦਾ ਪੱਲਾ ਨਹੀਂ ਫੜਿਆ। ਜੇ ਮੈਂ ਪੱਲਾ ਫੜਿਆ ਹੁੰਦਾ ਤਾਂ 20 ਵਾਰ ਛੱਡ ਜਾਂਦਾ ਸੀ। ਬਾਂਹ ਉਹਨੇ ਫੜੀ। उसने क्या मेरे हाथ दे विच जो मेरा बाप दिंदा उसनूं मेरे तो खो नहीं कोई सकदा, और मैं ते बाप एक। सो ओदा प्यार जिद्दां दी भी मेरे अंदरों सड़ांध आउंदी आ, जो भी मेरे अंदर अपवित्रता हैगी आ, जो भी मेरे मन तन आत्मा दी कमजोरियां आ, वो लैके तुरिया, वो मैनूं फड़ के तुरिया। सो ये कहंदे पए आ कि मैनूं ਉਹਦੇ प्यार तो ਵੱਖਰਾ कौन कर सकदा, कौन ਉਹਦਾ हथ, कौन ਉਹਦੇ हथ ਨੂੰ खोल के छुड़ा सकदा, कौन खो सकदा ਉਹਨੂੰ, कोई भी। क्यों? क्योंकि यीशु ने प्यार किया। किस वेले प्रभु यीशु सानू आया मिलन, सानू दिता गया जिस वेले असी पापी ही सी, उस वेले वो आया, उस वेले उसने आके सानू पढ़िया। सो जिसलिए असी पंजवें भाग दे विच दोबारा आने पए हां ते दूसरा जिहड़ा इसका एस्पेक्ट आ वो है तुसी परमेश्वर दे लोक हो, तुसी परमेश्वर दे लोक हो। और लोक होने के कारण उसने सानू जिहड़ी मेन चीज कही है इत्थे, बाकी असी कल देख लेना कि साडे जिहड़े लालच आ सारियां चीजां असी कल देख ये साडे अंदर दीयां कमजोरियां जिहड़ियां असी प्रभु दे हत्थां दे विच दिंदे। सो तुसी परमेश्वर दे लोक हो, इसलिए तुहाडे विच किसी तरह दे विचार शुद्धता लोभ दी चर्चा नहीं होनी चाहिए, ਅਤੇ ਨਾ ਹੀ ਤੁਹਾਡੇ ਵਿੱਚ ਕਿਸੇ ਤਰ੍ਹਾਂ ਦਾ ਖਰਬਾਪਨ ਅਤੇ ਦੋ ਅਰਥੀ ਭਾਸ਼ਾ ਹੋਵੇ। ਬਸ ਤੁਹਾਡੇ ਵਿੱਚ ਇੱਕ ਹੀ ਚੀਜ਼ ਹੋਵੇ, परमेश्वर का धन्यवाद करें, शुक्रगुजारी, शुक्रगुजारी। और शुक्रगुजारी उस बंदे के अंदरों उठती है जिहड़ा सचमुच उसनूं प्रभु परमेश्वर कह के ਉਹਦੇ ਪਿੱਛੇ ਚੱਲਦਾ ਪਿਆ, ਜਿਹੜਾ ਉਹ ਸਿੱਖਿਆ ਦੇ ਵਿੱਚ ਚੱਲਦਾ ਪਿਆ ਨਾ ਕਿ ਪ੍ਰਭੂ ਪਰਮੇਸ਼ਰ ਸਾਨੂੰ ਚੀਜ਼ਾਂ ਦਿੰਦਾ, ਉਹ ਥੋੜੇ ਦੇਰ ਦੇ ਲਈ ਪ੍ਰਭੂ ਪਰਮੇਸ਼ਰ ਹੁੰਦਾ, ਉਸ ਤੋਂ ਬਾਅਦ ਉਹ ਬਹਿਰਾ ਬਣ ਜਾਂਦਾ, ਉਹ ਸਾਡਾ ਵੇਟਰ ਬਣ ਜਾਂਦਾ। ਫਿਰ ਅਸੀਂ ਆਇਤਾਂ ਨੂੰ ਇੱਧਰੋਂ ਫੜ ਕੇ ਮਰੋੜ ਕੇ ਗੱਬੇ ਜੇ ਕਰਕੇ ਤਾਂ ਉਹ ਲਾਉਣ ਲੱਗ ਪੈਂਦੇ, और फिर कहने लग पई साडी दुआ नहीं सुनी जाती, वो बहरा नहीं गा, वो बहरा नहीं गा। अपने विच जिन्ने भी उसने मैनू जगहावां दित्तियां है, उसने मैनू संतान किया, मैनू भरा किया, मैनू मित्र किया, ये सब ਉਹਦੇ ਵੱਲੋਂ मिले होए, ਉਹਦੇ ਵੱਲੋਂ ਮਿਲੀਆਂ ਚੀਜ਼ਾਂ ਆ। ਇਹ ਉਸਦੀ ਦਇਆ ਆ, ਇਹ ਉਸਦੀ ਕਿਰਪਾ ਆ। ਪਰ ਉਹ ਮੇਰਾ ਪ੍ਰਭੂ ਆ, ਉਹ ਮੇਰਾ ਪ੍ਰਭੂ ਆ। ਜੇ ਮੈਂ ਉਸਦਾ ਮੰਦਰ ਹਾਂ ਤੇ ਮੰਦਰ ਦੇ ਵਿੱਚ ਤਾਂ ਸਿਰਫ ਪ੍ਰਭੂ ਹੁੰਦਾ, ਪ੍ਰਭੂ ਪਰਮੇਸ਼ਰ ਹੁੰਦਾ ਮੰਦਰ ਦੇ ਵਿੱਚ। ਉਹ ਮੇਰਾ ਪ੍ਰਭੂ ਆ, ਉਹ ਮੇਰਾ ਪਹਿਰਾ ਨਹੀਂ। और जिसले धन्नवाद जिसले इंसान के मन के विच उस वेले आउंदा जिस वेले ओनू ये हुंदा कि मैं अपने प्रभु तो हजूरी दे विच बैठा है।
ਜਿਹੜਾ ਉਹਦੀ ਹਜ਼ੂਰੀ ਦੇ ਵਿੱਚ ਬੈਠਾ, ਬਾਕੀ ਦੀਆਂ ਚੀਜ਼ਾਂ ਕੀ ਹੈ, ਕੁਛ ਵੀ ਨਹੀਂ ਹੁੰਦੀ। ਜਿਹੜਾ ਉਸਦੀ ਹਜ਼ੂਰੀ ਨੂੰ ਮਹਿਸੂਸ ਲੱਗ ਪੈਂਦਾ ਕਰ, ਉਸਨੂੰ ਬਾਕੀ ਦੀਆਂ ਚੀਜ਼ਾਂ ਦਾ ਨਹੀਂ ਕੋਈ ਫਿਕਰ ਰਹਿ ਜਾਂਦਾ। It's nothing। ਬਾਕੀ ਦੀਆਂ ਚੀਜ਼ਾਂ ਆਲੇ ਦੁਆਲੇ ਢੇਰ ਲਾ ਦਿੰਦਾ, ਉਹਨਾਂ ਦੀ ਗਿਣਤੀ ਨਹੀਂ ਰਹਿ ਜਾਂਦੀ, ਉਹਨਾਂ ਦਾ ਕੋਈ ਭਾਰ ਨਹੀਂ ਰਹਿ ਜਾਂਦਾ, ਉਹਨਾਂ ਦੇ ਵਿੱਚ ਮਨ ਵੀ ਨਹੀਂ ਲੱਗਦਾ। ਸਾਮ 103 ਹੁਣ ਅਸੀਂ ਦੇਖਾਂਗੇ, ਔਰ ਉਸ ਸਾਮ ਦੇ ਵਿੱਚ ਦੇਖੋ ਧੰਨਵਾਦ ਦਾ ਜਿਹੜਾ ਤਰੀਕਾ ਹੈ, ਸਭ ਤੋਂ ਪਹਿਲਾਂ ਉਸ ਨੂੰ ਸਿੱਖਣ ਦੀ ਜ਼ਰੂਰਤ ਹੈ। 103 ਜਿਹੜਾ ਜ਼ਬੂਰ ਆ, ਉਹ ਸਾਨੂੰ ਪ੍ਰਭੂ ਦਾ ਧੰਨਵਾਦ ਕਰਨਾ ਸਿਖਾਉਂਦਾ। ਪ੍ਰਭੂ ਦਾ ਧੰਨਵਾਦ ਅਸੀਂ 103 ਜ਼ਬੂਰ ਦੇ ਨਾਲ ਨਹੀਂ ਕਰਦੇ। 103 ਜ਼ਬੂਰ ਤੋਂ ਸਿੱਖ ਕੇ ਅਸੀਂ ਇੱਕ ਆਪਣਾ ਤਰੀਕਾ ਬਣਾਉਂਦੇ, ਜਿਹਦੇ ਨਾਲ ਅਸੀਂ ਉਸਦਾ ਧੰਨਵਾਦ ਕਰਦੇ। ਆਓ ਅਸੀਂ ਪ੍ਰਭੂ ਦੇ ਵਚਨ ਦੇ ਵਿੱਚ ਚੱਲੀਏ। ਭਜਨ 103 ਜਿਸ ਨੂੰ ਮਿਲ ਜਾਏ ਪੰਨਾ ਦੱਸ ਦੇ, ਸਫਾ 923 ਜੀ। ਹਾਂਜੀ, ਤੁਸੀਂ ਪੜ੍ਹਦੇ ਹੋ ਜੀ। ਹਾਂਜੀ। ਪਰਮੇਸ਼ਰ ਦਾ ਪਿਆਰ। ਇਹ ਮੇਰੇ ਮਨ ਪ੍ਰਭੂ ਨੂੰ ਧੰਨ ਕਹਿ, ਇਹ ਮੇਰੇ ਪੂਰਨ ਵਿਅਕਤੀਤਵ ਉਸ ਦੇ ਪਵਿੱਤਰ ਨਾਮ ਨੂੰ ਧੰਨ ਕਹਿ। ਇਹ ਮੇਰੇ ਮਨ ਪ੍ਰਭੂ ਨੂੰ ਧੰਨ ਕਹਿ, ਤੂੰ ਉਸ ਦੀ ਕਿਸੇ ਭਲਾਈ ਨੂੰ ਨਾ ਭੁੱਲ। ਉਹ ਮੇਰੇ ਸਭ ਪਾਪਾਂ ਨੂੰ ਮਾਫ ਕਰਦਾ ਅਤੇ ਮੇਰੇ ਸਭ ਰੋਗਾਂ ਨੂੰ ਚੰਗਿਆਂ ਕਰਦਾ ਹੈ। ਉਹ ਮੇਰੀ ਜਾਨ ਨੂੰ ਮੌਤ ਤੋਂ ਬਚਾਉਂਦਾ ਅਤੇ ਮੈਨੂੰ ਆਪਣੇ ਪਿਆਰ ਅਤੇ ਦਇਆ ਦੀ ਦਾਤ ਦਿੰਦਾ ਹੈ। ਉਹ ਬੁਢਾਪੇ ਤੱਕ ਮੇਰੇ ਜੀਵਨ ਨੂੰ ਚੰਗੀਆਂ ਚੀਜ਼ਾਂ ਨਾਲ ਤ੍ਰਿਪਤ ਕਰਦਾ, ਤਾਂ ਜੋ ਮੇਰੀ ਜਵਾਨੀ ਉਕਾਬ ਦੇ ਵਾਂਗ ਨਵਾਂਪਨ ਪ੍ਰਾਪਤ ਕਰੇ। ਪ੍ਰਭੂ ਦੱਬਿਆਂ ਲੋਕਾਂ ਨੂੰ ਮੁਕਤ ਕਰਦਾ ਅਤੇ ਉਹ ਉਹਨਾਂ ਦੇ ਪੱਖ ਵਿੱਚ ਫੈਸਲਾ ਦਿੰਦਾ ਹੈ। ਉਸਨੇ ਆਪਣੇ ਰਾਹ ਮੂਸਾ ਤੇ ਪ੍ਰਗਟ ਕੀਤੇ ਅਤੇ ਆਪਣੇ ਅਦਭੁਤ ਕੰਮ ਇਸਰਾਇਲ ਦੀ ਸੰਤਾਨ ਨੂੰ ਸਿਖਾਏ। ਪ੍ਰਭੂ ਦਿਆਲੂ ਅਤੇ ਕਿਰਪਾਲੂ ਹੈ, ਉਹ ਗੁੱਸਾ ਕਰਨ ਵਿੱਚ ਮੱਠਾ ਅਤੇ ਕਿਰਪਾ ਨਾਲ ਭਰਪੂਰ ਹੈ। ਉਹ ਹਮੇਸ਼ਾ ਝਿੜਕਦਾ ਨਹੀਂ, ਨਾ ਹੀ ਉਹ ਹਮੇਸ਼ਾ ਗੁੱਸੇ ਰਹਿੰਦਾ ਹੈ। ਉਹ ਸਾਡੇ ਕੀਤੇ ਅਨੁਸਾਰ ਸਾਡੇ ਨਾਲ ਵਰਤਦਾ, ਨਾ ਸਾਡੇ ਅਪਰਾਧਾਂ ਅਨੁਸਾਰ ਸਾਨੂੰ ਬਦਲਾ ਦਿੰਦਾ ਹੈ। ਧਰਤੀ ਤੋਂ ਆਕਾਸ਼ ਜਿੰਨਾ ਉੱਚਾ ਹੈ, ਓਨੀ ਉੱਚੀ ਤੇ ਵੱਡੀ ਉਸ ਦੀ ਦਇਆ ਉਸ ਤੋਂ ਡਰਨ ਵਾਲਿਆਂ ਤੇ ਹੈ। ਜਿੰਨਾ ਪੂਰਬ ਤੋਂ ਪੱਛਮ ਦੂਰ ਹੈ, ਓਨੇ ਹੀ ਦੂਰ ਉਸਨੇ ਸਾਡੇ ਪਾਪ ਕਰ ਦਿੱਤੇ ਹਨ। ਜਿਸ ਤਰ੍ਹਾਂ ਪਿਤਾ ਆਪਣੀ ਸੰਤਾਨ ਤੇ ਤਰਸ ਖਾਂਦਾ ਹੈ, ਉਸੇ ਤਰ੍ਹਾਂ ਪ੍ਰਭੂ ਵੀ ਆਪਣੇ ਡਰਨ ਵਾਲਿਆਂ ਤੇ ਤਰਸ ਖਾਂਦਾ ਹੈ। ਉਹ ਜਾਣਦਾ ਹੈ ਕਿ ਅਸੀਂ ਕਿਸ ਚੀਜ਼ ਤੋਂ ਬਣੇ ਹਾਂ। ਉਸ ਨੂੰ ਯਾਦ ਹੈ ਕਿ ਅਸੀਂ ਕੇਵਲ ਮਿੱਟੀ ਹਾਂ। ਮਨੁੱਖ ਦਾ ਜੀਵਨ ਤਾਂ ਘਾਹ ਦੀ ਤਰ੍ਹਾਂ ਹੈ, ਉਹ ਜੰਗਲੀ ਫੁੱਲਾਂ ਦੀ ਤਰ੍ਹਾਂ ਵੱਧਦਾ ਫੁੱਲਦਾ ਹੈ, ਜਿਸ ਦੇ ਉੱਤੋਂ ਹਵਾ ਚੱਲਦੀ ਹੈ ਅਤੇ ਉਹ ਉੱਡ ਜਾਂਦਾ ਹੈ। ਤਦ ਇਸ ਬਾਰੇ ਕੋਈ ਜਾਣਦਾ ਨਹੀਂ ਕਿ ਕਿੱਥੇ ਗਿਆ। ਪ੍ਰਭੂ ਦੀ ਦਇਆ ਉਸ ਦੇ ਡਰਨ ਵਾਲਿਆਂ ਤੇ ਆਦਿ ਕਾਲ ਤੋਂ ਹੈ। ਉਸ ਦੀ ਭਲਾਈ ਹਰ ਪੀੜ੍ਹੀ ਦੇ ਲੋਕਾਂ ਤੇ ਹੈ, ਜੋ ਉਸ ਦੇ ਨੇਮ ਤੇ ਸੱਚੇ ਮਨ ਨਾਲ ਚੱਲਦੇ ਹਨ ਅਤੇ ਉਸ ਦੇ ਹੁਕਮਾਂ ਦੀ ਪਾਲਣਾ ਕਰਦੇ ਹਨ। ਪ੍ਰਭੂ ਨੇ ਆਪਣਾ ਸਿੰਘਾਸਨ ਸਵਰਗ ਵਿੱਚ ਲਾਇਆ ਹੈ ਅਤੇ ਉਹ ਸਭ ਤੇ ਰਾਜ ਕਰਦਾ ਹੈ। ਹੇ ਸਵਰਗ ਦੂਤੋ, ਪ੍ਰਭੂ ਨੂੰ ਧੰਨ ਕਹੋ। ਤੁਸੀਂ ਜੋ ਸ਼ਕਤੀਸ਼ਾਲੀ ਹੋ ਅਤੇ ਉਸ ਦੇ ਵਚਨਾਂ ਨੂੰ ਪੂਰਾ ਕਰਦੇ ਹੋ, ਜੋ ਉਸ ਦੀ ਆਵਾਜ਼ ਨੂੰ ਸੁਣ ਕੇ ਉਸ ਅਨੁਸਾਰ ਚੱਲਦੇ ਹੋ। ਹੇ ਸਭ ਸੈਨਾਵੋ, ਪ੍ਰਭੂ ਨੂੰ ਧੰਨ ਕਹੋ। ਤੁਸੀਂ ਜੋ ਉਸ ਦੇ ਸੇਵਾਦਾਰ ਹੋ ਅਤੇ ਉਸ ਦੀ ਇੱਛਾ ਅਨੁਸਾਰ ਸਭ ਕੁਝ ਕਰਦੇ ਹੋ। ਹੇ ਉਸ ਦੀ ਸਭ ਰਚਨਾ, ਪ੍ਰਭੂ ਨੂੰ ਧੰਨ ਕਹੋ। ਉਹ ਹਰ ਥਾਂ ਰਾਜ ਕਰਦਾ ਹੈ। ਹੇ ਮੇਰੇ ਮਨ, ਪ੍ਰਭੂ ਨੂੰ ਧੰਨ ਕਹਿ। ਪ੍ਰਭੂ ਦੇ ਬੰਦੇ ਦਾ ਜ਼ਬੂਰ ਹੈ ਉਦੋਂ ਦਾ ਲਿਖਿਆ ਜਿਸ ਲਈ ਆਪਣੇ ਬੁਢਾਪੇ ਦੇ ਵਿੱਚ 40 ਸਾਲ ਉਸਨੇ ਰਾਜ ਕੀਤਾ। ਪ੍ਰਭੂ ਨੇ ਹਰ ਪਾਸੋਂ ਇਸ ਬੰਦੇ ਨੂੰ ਸੰਭਾਲ ਕੇ ਰੱਖਿਆ, ਇਸ ਨੂੰ ਉਹ ਜਿੱਤਾਂ ਦਿੱਤੀਆਂ ਜਿਨ੍ਹਾਂ ਚੀਜ਼ਾਂ ਤੇ ਜਿੱਤਾਂ ਪ੍ਰਾਪਤ ਨਹੀਂ ਹੋ ਸਕਦੀਆਂ। ਹੁਣ ਜਰੂਸਲਮ ਦੇ ਵਿੱਚ ਬੈਠਾ ਹੈ ਬਜ਼ੁਰਗ, ਸਰੀਰ ਗਰਮ ਨਹੀਂ ਹੁੰਦਾ, ਗਰਮੀਆਂ ਦੇ ਵਿੱਚ ਵੀ ਠੰਡ ਲੱਗਦੀ। ਰਾਜ ਲੈਣ ਦੇ ਲਈ ਮੁੰਡੇ ਕੁੱਤਿਆਂ ਵਾਂਗੂ ਆਪਸ ਚ ਲੜਦੇ ਪਏ। ਜਨਾਨੀਆਂ ਨੇ ਆਪਣਾ ਕੰਮ ਸ਼ੁਰੂ ਕੀਤਾ ਹੈ। ਜਿਹੜੇ ਉਹਦੇ ਹੈਗੇ ਆ ਜਨਰਲ, ਉਹ ਆਪਣੀ ਹਿਸਾਬ ਦਾ ਕੋਈ ਨਾ ਕੋਈ ਲੱਭਦੇ ਪਏ ਆ ਕਿ ਇਸ ਤੋਂ ਬਾਅਦ ਜਿਹੜਾ ਰਾਜਾ ਬਣਨਾ, ਉਹ ਇਹਨੂੰ ਬਣਾਵਾਂਗੇ ਤਾਂ ਸਾਡਾ ਭਲਾ।
गद्दी ते बैठ के भेडां चारदा हुंदा सी। गद्दी तो चुक के उन्हें गद्दी ते बिठाया। और उसनूं हर एक दा पता है। दाऊद दे जिहड़े शुक्रगुजारी दे जबूर आ ना, उन्हां नूं अगर मूसा दे ला दे नाल जोड़ के देखोगे तो तुसीं कहोगे गल बनदी नहीं पई यार, क्योंकि जिन्नियां गल्लां उसने कहियां हैगियां मूसा दे ला अनुसार तां ओह ये कह नहीं सकदा। तो दाऊद जिहड़ा कह रहा ना तू बलि तो खुश होना, मेरे नाल 51 जबूर दे विच आ जाओ, वो भी उसका जबूर उस वेले दा जिस वेले वो प्रभु की हजूरी दे विच माफी मंगण गया और उसदे पाप नूं, उसदा पाप दस्सण वालियां ने पाप तां दस दिता, पर उस तो बाद वो कुछ कर नहीं सकते। उस तो बाद कुछ कर नहीं सकते। कतल दा इल्जाम उत्ते लगाया, मौत दे बदले मौत होनी चाहिए उसकी, और उसने अपने आप दे उत्ते आपे ही ओह जिद्दां मौत लाई हुई सी। और असीं बहुत बारी देख चुके हैं इस हिस्से नूं कि जिस वेले उसने यूराया दी पत्नी नूं चोरी कीता, यूराया नूं मरवाया, बशीबा दे नाल उसने गलत रिश्ता रखिया, बाद दे विच जिसले उसनूं मरवाया इसने तां मरवा के उहदे नाल ब्याह कीता और सोच लिया सब कुछ ठीक ठाक। प्रभु ने नहीं दिन क्या सब कुछ ठीक ठाक। नेथन आया उसके कोल, ओह उस वेले दा नबी सी, और उसने आके कहा कि एक बंदे कोल बहुत सारियां भेडां सी और बहुत अमीर सी, पर ਉਹਦੇ ਗੁਆਂਢ ਦੇ ਵਿੱਚ ਇੱਕ ਗਰੀਬ ਆਦਮੀ ਰਹਿੰਦਾ ਸੀ, ਉਹਦੇ ਕੋਲ ਕੋਈ ਭੇਡ ਸੀ ਔਰ ਉਹਦੇ ਬੱਚਿਆਂ ਦੇ ਵਾਂਗ ਸੀ। ਇੱਕ ਦਿਨ ਉਸਦੇ ਘਰ ਮਹਿਮਾਨ ਆਏ ਅਮੀਰ ਦੇ ਘਰ, ਤੇ ਉਸਨੇ ਉਸ ਗਰੀਬ ਦੀ ਭੇਡ ਵੱਢ ਕੇ ਖਾ ਲਈ। ਹੁਣ ਤੂੰ ਦੱਸ ਕੇ ਕੀ ਕਰੇਂਗਾ? ਕਹਿੰਦਾ ਉਸਨੂੰ ਲੈ ਕੇ ਆਓ, ਜੋ ਕੁਛ ਹੋਇਆ ਉਸਨੂੰ 4 ਗੁਣਾ ਵਾਪਸ ਕੀਤਾ ਜਾਏ ਔਰ ਉਸਨੂੰ ਮੌਤ ਦੀ ਸਜ਼ਾ ਦਿੱਤੀ ਜਾਏ। ਕਹਿੰਦਾ ਤੂੰ प्रभु ने सजा नहीं सी लाई, आप ही ला ली सी। पर हुण नतान तो कुछ नहीं कर सकता, उन्हें तो कहता तू आ। सीधा जाके प्रभु के मंदिर दे विच बचा, सीधा जाके प्रभु की हजूरी दे विच लम्मा पै गया, बोरी पाई हुआ घर दे विच। राजा हुंदियां घर दे विच बोरी पाई, उन्हें किसी की परवाह नहीं सी हुंदी। उन्हें इन्हां चीज़ां की कोई परवाह नहीं सी हुंदी कि लोग की कहणगे। जिस वेले वो राजा बनिया ते ओ प्रभु दी जिहड़ी बेदी सीगी, जो प्रभु दा तंबू सी, वो बहुत दूर सी, उसनूं यरूशलेम दे विच जिसले लैके आया ते मोरे नंगा होके, जिद्दां अपने नंगा नहीं कहण दा मतलब कि उसने थल्ले अपना पाया है, विच धोती पाई हुआ ते वो नचदा तुरिया है प्रभु दे मूहरे। राजा आया, राजा आया। दाऊद की जिंदगी तो सीखण नूं बहुत कुछ मिलदा। हर एक जिहड़ा ओहदे जबूर आ, और जिसले तुसीं टोरा पढ़दे हैं जिथे ला सानूं दस्सिया तुरेत दे विच पहलियां 5 किताबां जिन्हां नूं तुरेत कहा जांदा, पेंटिट्यूक भी कहा जांदा, वो 5 किताबां दे विच सानूं ला दित्ता गया। लेकिन माफी नूं जिस तरह प्रेजेंट ये प्रभु दा बंदा करदा, वो उत्थे वारा नहीं खांदी पई, वो गल बनदी नहीं पई। वो तो राजा है, तो फरीसियां दा बस चले तो इहनूं भी मार देण। देखो हुण उसने पाप किया, देखो किद्दां प्रभु की हजूरी दे विच आया, और ये तरीके आ प्रभु की हजूरी दे विच आउण दे। ये तरीके प्रभु ने सानूं बख्शे। ये जबूर पढ़ के चेते करके इन्हां नूं बोली जाण दे नाल नहीं कुछ मिलदा। इहदे विच की आ, इहदे विचों 2-4 चीज़ां हुंदियां किहड़ियां आ जिहड़ियां मेरे लई, ये चो मोती किहड़े आ जिहड़ी मैनूं जिहड़ा प्रभु कह रिहा। That's what it is. आओ
ਜਿਸ ਨੂੰ ਮਿਲ ਗਿਆ 51 ਜ਼ਬੂਰ, ਇਸ ਨੂੰ ਪੜ੍ਹੀਏ। ਮੈਂ ਪੜ੍ਹ ਦਿੰਦਾ ਪਾਸ਼ਾ ਜੀ। Go ahead, ਮੇਰਾ ਬੇਟਾ। हे ਪਰਮੇਸ਼ਵਰ, ਆਪਣੀ ਅਮੁੱਕ ਦਇਆ ਦੇ ਕਾਰਨ ਮੇਰੇ ਤੇ ਤਰਸ ਕਰ। ਤੂੰ ਆਪਣੀ ਅਪਾਰ ਕਿਰਪਾ ਦੇ ਕਾਰਨ ਮੇਰੇ ਅਪਰਾਧ ਮਾਫ ਕਰ। ਤੂੰ ਮੇਰੇ ਅਪਰਾਧ ਨੂੰ ਚੰਗੀ ਤਰ੍ਹਾਂ ਧੋ ਅਤੇ ਮੇਰੇ ਪਾਪਾਂ ਤੋਂ ਮੈਨੂੰ ਸ਼ੁੱਧ ਕਰ। ਮੈਂ ਆਪਣੇ ਅਪਰਾਧਾਂ ਨੂੰ ਮੰਨਦਾ ਹਾਂ ਅਤੇ ਮੇਰੇ ਪਾਪ ਹਮੇਸ਼ਾ ਮੇਰੇ ਸਾਹਮਣੇ ਰਹਿੰਦੇ ਹਨ। ਮੈਂ ਕੇਵਲ ਤੇਰੇ ਵਿਰੁੱਧ ਪਾਪ ਕੀਤਾ ਹੈ। ਮੈਂ ਉਹੀ ਕੀਤਾ ਹੈ ਜੋ ਤੇਰੀ ਨਜ਼ਰ ਵਿੱਚ ਬੁਰਾ ਹੈ। ਇਸ ਲਈ ਤੇਰਾ ਫੈਸਲਾ ਸੱਚਾ ਹੈ, ਕਿਉਂਕਿ ਮੈਂ ਸੱਚਮੁੱਚ ਪਾਪੀ ਹਾਂ। ਮਾਂ ਦੇ ਗਰਭ ਵਿੱਚ ਵੀ ਪਾਪ ਮੇਰੇ ਨਾਲ ਸੀ। ਹਾਂ, ਮੈਂ ਜਨਮ ਤੋਂ ਹੀ ਪਾਪੀ ਹਾਂ। ਤੂੰ ਦਿਲ ਦੇ ਖਰੇਪਨ ਤੋਂ ਖੁਸ਼ ਹੁੰਦਾ ਹੈ। ਤੂੰ ਮੇਰੇ ਮਨ ਨੂੰ ਬੁੱਧ ਦੇ। ਜੁੱਫੇ ਨਾਲ ਤੂੰ ਮੈਨੂੰ ਸਾਫ਼ ਕਰ ਤਾਂ ਮੈਂ ਸ਼ੁੱਧ ਹੋ ਜਾਵਾਂਗਾ। ਮੈਨੂੰ ਧੋ ਤਾਂ ਮੈਂ ਬਰਫ਼ ਨਾਲੋਂ ਵੀ ਚਿੱਟਾ ਹੋ ਜਾਵਾਂਗਾ। ਮੈਨੂੰ ਖੁਸ਼ੀ ਅਤੇ ਆਨੰਦ ਦੇ ਤਾਂ ਮੇਰਾ ਟੁੱਟਾ ਦਿਲ ਇੱਕ ਵਾਰ ਫਿਰ ਆਨੰਦਿਤ ਹੋ ਉੱਠੇਗਾ। ਮੇਰੇ ਪਾਪਾਂ ਵੱਲੋਂ ਤੂੰ ਆਪਣਾ ਮੂੰਹ ਮੋੜ ਲੈ ਅਤੇ ਮੇਰੀ ਸਭ ਬੁਰਾਈ ਨੂੰ ਦੂਰ ਕਰ। हे ਪਰਮੇਸ਼ਵਰ, ਤੂੰ ਮੇਰੇ ਅੰਦਰ ਸ਼ੁੱਧ ਮਨ ਪੈਦਾ ਕਰ। ਨਵੀਂ ਅਤੇ ਮਜ਼ਬੂਤ ਆਤਮਾ ਮੇਰੇ ਅੰਦਰ ਪਾ। ਤੂੰ ਮੈਨੂੰ ਆਪਣੇ ਸਾਹਮਣਿਓਂ ਦੂਰ ਨਾ ਕਰ ਅਤੇ ਨਾ ਮੇਰੇ ਕੋਲੋਂ ਆਪਣੀ ਪਵਿੱਤਰ ਆਤਮਾ ਨੂੰ ਲੈ। ਆਪਣੀ ਮੁਕਤੀ ਦਾ ਆਨੰਦ ਮੈਨੂੰ ਫੇਰ ਦੇ ਅਤੇ ਆਪਣੀ ਆਤਮਾ ਨਾਲ ਮੈਨੂੰ ਸੰਭਾਲ। ਤਦ ਮੈਂ ਅਪਰਾਧੀਆਂ ਨੂੰ ਤੇਰੇ ਬਾਰੇ ਸਿਖਾਵਾਂਗਾ ਅਤੇ ਪਾਪੀ ਤੇਰੇ ਵੱਲ ਮੁੜਨਗੇ। हे ਮੇਰੇ ਮੁਕਤੀਦਾਤਾ ਪਰਮੇਸ਼ਵਰ, ਤੂੰ ਮੈਨੂੰ ਖੂਨ ਦੇ ਦੋਸ਼ ਤੋਂ ਛੁਡਾ। ਤਦ ਮੈਂ ਤੇਰੇ ਛੁਟਕਾਰੇ ਦੇ ਲਈ ਉੱਚੀ ਆਵਾਜ਼ ਨਾਲ ਤੇਰੀ ਮਹਿਮਾ ਕਰਾਂਗਾ। हे ਪ੍ਰਭੂ, ਤੂੰ ਮੇਰਾ ਮੂੰਹ ਖੋਲ, ਮੈਂ ਤੇਰੀ ਮਹਿਮਾ ਕਰਾਂਗਾ। ਨਾ ਤੂੰ ਬਲੀ ਤੋਂ ਖੁਸ਼ ਹੁੰਦਾ ਹੈ ਅਤੇ ਨਾ ਹੀ ਹੋਮ ਬਲੀ ਦਾ ਚਾਹਵਾਨ ਹੈ, ਨਹੀਂ ਤਾਂ ਮੈਂ ਚੜਾਉਂਦਾ। ਪਰਮੇਸ਼ਵਰ ਦੀ ਬਲੀ ਤਾਂ ਟੁੱਟਾ ਮਨ ਹੈ। हे ਮੇਰੇ ਪਰਮੇਸ਼ਵਰ, ਤੂੰ ਟੁੱਟੇ ਅਤੇ ਦੀਨ ਮਨ ਵੱਲੋਂ ਮੂੰਹ ਨਹੀਂ ਮੋੜਦਾ। हे ਪਰਮੇਸ਼ਵਰ, ਤੂੰ ਸਿਯੋਨ ਤੇ ਦਇਆ ਕਰ ਅਤੇ ਯਰੂਸ਼ਲਮ ਦੀਆਂ ਮਜ਼ਬੂਤ ਕੰਧਾਂ ਨੂੰ ਫਿਰ ਖੜਿਆ ਕਰ। ਤਦ ਤੂੰ ਸੱਚਾਈ ਤੇ ਆਧਾਰਿਤ ਬਲੀਦਾਨਾਂ ਤੋਂ ਖੁਸ਼ ਹੋਵੇਂਗਾ, ਅਰਥਾਤ ਹੋਮ ਅਤੇ ਪੂਰਨ ਹੋਮ ਬਲੀਆਂ ਤੋਂ। ਉਸ ਸਮੇਂ ਲੋਕ ਤੇਰੀ ਵੇਦੀ ਤੇ ਬਲਦ ਚੜਾਉਣਗੇ। ਆਮੀਨ। ਔਰ ਉਹ ਸ਼ੁਕਰਗੁਜ਼ਾਰੀ ਦੀ। ਅਗਰ ਅਸੀਂ ਬਚਨ ਦੇ ਇਹਨਾਂ ਹਿੱਸਿਆਂ ਨੂੰ ਦੇਖੀਏ, ਇਹਨਾਂ ਨੂੰ ਆਪਣੇ ਉੱਤੇ ਲਾਈਏ ਕਿ ਮੈਂ ਪ੍ਰਭੂ ਦੇ ਕੋਲ ਕੀ ਲੈ ਕੇ ਜਾਵਾਂ। ਮੈਂ ਜਿਸ ਲਈ ਉਸਦੀ ਹਜ਼ੂਰੀ। ਸੌਰੀ ਪਾਸਟਰ ਜੀ, ਪੇਜ ਨੰਬਰ ਕਿੰਨਾ ਸੀ? ਮੈਂ ਮਿਸ ਕਰ ਗਿਆ। ਉਹ ਮਾਫ ਕਰਨਾ ਬ੍ਰਦਰ ਜੀ, ਇਹ ਸੀਗਾ ਜ਼ਬੂਰ 51 873 ਭਜਨਾਂ ਦੀ ਪੋਥੀ। 873 ਭਜਨਾਂ ਦੀ ਪੋਥੀ ਔਰ ਇਸ ਦੇ 51 ਜ਼ਬੂਰ 873 ਪੰਨਾ। ਥੈਂਕ ਯੂ। ਦੋ ਚੀਜ਼ਾਂ ਦੇਖੋ ਇੱਥੇ ਅਸੀਂ ਇੱਕ ਉਧਰਲੇ ਪਾਸੇ ਧੰਨਵਾਦੀ ਦੇਖੀ, ਕਿਉਂਕਿ ਇਹ ਪਰਮੇਸ਼ਰ ਦੇ ਲੋਕ। No wonder ਇਸ ਬੰਦੇ ਦਾ ਇਹ ਬਚਪਨ ਤੋਂ ਪ੍ਰਭੂ ਦੇ ਨਾਲ, ਉਹਦੀ ਅਸਲੀਅਤ ਦੇ ਨਾਲ ਇੰਨਾ, ਔਰ ਉਸਦੀ ਨਜ਼ਦੀਕੀ ਦੇ ਨਾਲ ਦੇ ਵਿੱਚ ਇਹ ਇੰਨਾ ਜ਼ਿਆਦਾ ਜਾਂਦਾ ਸੀ ਕਿ ਇਹਦੇ ਬਾਪ ਨੇ ਵੀ ਇਹਨੂੰ ਰਾਜਾ ਬਣਨ ਦੇ ਯੋਗ ਨਹੀਂ ਸਮਝਿਆ। ਔਰ ਪ੍ਰਭੂ ਨੇ ਕਿਹਾ, ਤੂੰ ਸੈਮੂਅਲ ਨੂੰ ਕਿਹਾ ਕਿ ਸਾਊਲ ਦੇ ਲਈ ਹੁਣ ਤੂੰ ਰੋਣਾ ਬੰਦ ਕਰ। ਮੈਂ ਉਸ ਨੂੰ ਚੁਣਿਆ ਜਿਹੜਾ ਮੇਰੇ ਦਿਲ ਦੇ ਪਿੱਛੇ, ਜਿਹੜਾ ਚੀਜ਼ਾਂ ਦੇ ਪਿੱਛੇ ਨਹੀਂ ਪਿਆ, ਮੇਰੇ ਦਿਲ ਦੇ ਪਿੱਛੇ ਪਿਆ। Man who's after my heart, ਜਿਹੜਾ ਮੇਰੇ ਦਿਲ ਦੇ ਪਿੱਛੇ ਪਿਆ ਹੈ। ਪ੍ਰਭੂ ਨੇ ਚਾਹਿਆ ਤਾਂ ਆਪਾਂ ਇਹਦੀ ਸਟੱਡੀ ਕਰਾਂਗੇ, ਇਹਦੇ ਜ਼ਬੂਰਾਂ ਦੀ ਵੀ ਸਟੱਡੀ ਕਰਾਂਗੇ, ਇਹਦੀ ਜ਼ਿੰਦਗੀ ਦੀ ਵੀ ਸਟੱਡੀ ਕਰਾਂਗੇ ਔਰ ਫਿਰ ਦੇਖਾਂਗੇ। And this will teach us, ਜਿਸ ਚੀਜ਼ ਦੀ ਅਸੀਂ ਕੱਲ ਗੱਲ ਕਰਦੇ ਪਏ ਸੀ ਕਿ ਧੰਨਵਾਦੀ ਤੇ ਇਹ ਉਹ ਆਪਣਾ ਆਪ ਪ੍ਰਭੂ ਦੇ ਇੱਥੇ ਹਾਲੇ ਤੱਕ ਉਸਦੀ ਮਿਡਲ ਏਜ ਆ, ਉਹ ਬਜ਼ੁਰਗ ਉੱਥੇ ਹੋ ਚੁੱਕਾ ਹੈ। ਠੀਕ, ਕੰਧਾਂ ਖੜੀਆਂ ਲੇਕਿਨ ਉਹਨੂੰ ਟੱਠੀਆਂ ਦਿਸਦੀਆਂ ਪਈਆਂ। ਜੇ ਪ੍ਰਭੂ ਮਾਫ ਨਾ ਕਰੇ ਤੇ ਕੰਧਾਂ ਟੱਠੀਆਂ ਹੈ। ਤੇ ਚੀਜ਼ਾਂ ਜਿਹੜੀਆਂ ਤੂੰ ਮੈਨੂੰ ਦਿੱਤੀਆਂ ਆ, ਇਹਨਾਂ ਦਾ ਕੋਈ ਮੁੱਲ ਨਹੀਂ।
ਇਹ ਮਾਣ ਜਿਹੜਾ ਤੂੰ ਮੈਨੂੰ ਦਿੱਤਾ ਇਹਦਾ ਕੋਈ ਮੁੱਲ ਨਹੀਂ, ਇਹਦਾ ਕੋਈ ਮੈਨੂੰ ਅਪਮਾਨ ਨਹੀਂ। I want you. ਮੈਂ ਪ੍ਰਭੂ ਮੈਨੂੰ ਤੇਰੀ ਜੋੜ, ਮੈਨੂੰ ਤੇਰੀ ਨਜ਼ਦੀਕੀ ਚਾਹੀਦੀ, ਮੈਨੂੰ ਮੇਰੇ ਕੋਲ ਆਤਮਾ ਨਾ ਖੋ, ਮੈਨੂੰ ਮੁਕਤੀ ਦਾ ਆਨੰਦ ਦੇ, ਮੁਕਤੀ ਦੀ ਨੌਲੇਜ ਹੈ ਸਾਨੂੰ, ਮੁਕਤੀ ਦੀ ਨੌਲੇਜ ਬਹੁਤ ਹੈ ਸਾਨੂੰ, ਆਨੰਦ ਨਹੀਂ ਹਾਲੇ। ਆਨੰਦ ਉਸ ਲਈ ਮਿਲਦਾ ਜਿਸ ਵੇਲੇ ਅਸੀਂ ਉਸਦੀ ਹਜ਼ੂਰੀ 'ਚ ਬਹਿਣਾ ਸਿੱਖ ਜਾਂਦੇ। ਸੋ ਇੱਥੇ ਜਿਹੜਾ ਪ੍ਰਭੂ ਦਾ ਵਚਨ ਜਿਹੜਾ ਸਾਨੂੰ ਇਹ ਦੱਸਦਾ ਪਿਆ, ਔਰ ਇੱਥੇ ਅਗਰ ਅਸੀਂ ਦੇਖੀਏ ਤਾਂ ਉਸਨੇ ਨਥਾਨ ਨੂੰ ਨਹੀਂ ਕਿਹਾ ਕਿ ਤੂੰ ਮੇਰੇ ਲਈ ਬਲੀਆਂ ਦੇ ਤਾਂ ਮੇਰਾ ਪਾਪ ਮਾਫ ਹੋ ਨਾ, ਉਹ ਪ੍ਰਭੂ ਦੀ ਹਜ਼ੂਰੀ ਦੇ ਵਿੱਚ ਗਿਆ, ਤੂੰ ਮੈਨੂੰ ਦੋ ਤਾਂ ਮੈਂ ਬਰਫ਼ ਨਾਲੋਂ ਚਿੱਟਾ ਹੋ ਜਾਵਾਂ, ਤੂੰ ਮੈਨੂੰ ਦੋ, ਤੂੰ ਮੈਨੂੰ ਖੁਸ਼ੀ ਦੇ, ਤੂੰ ਮੈਨੂੰ ਆਨੰਦ ਦੇ, ਤੂੰ ਮੈਨੂੰ ਆਪਣੀ ਮੁਕਤੀ ਦੇ ਆਨੰਦ ਦੇ ਨਾਲ ਇੱਕ ਵਾਰੀ ਫੇਰ ਭਰ, ਤੂੰ ਮੇਰੇ ਤੋਂ ਆਪਣਾ ਪਵਿੱਤਰ ਆਤਮਾ ਨਾਲ ਲੈ। ਕਹਿਣ ਦਾ ਕੀ ਮਤਲਬ, ਸਾਰਾ ਕੁਝ ਲੈ, I don't need it. ਮੈਨੂੰ ਆਪਣਾ ਬਸ ਆਤਮਾ ਤੇ ਆਪਣੀ ਮੁਕਤੀ ਦੀ ਮੈਨੂੰ ਖੁਸ਼ੀ ਦੇ ਕੇ ਰੱਖ, ਤੇ ਚਾਹੇ ਮੁੜ ਕੇ ਭੇਡਾਂ ਚਾਰਨ ਲਾ ਦੇ। I don't need stuff from you. I need you. तू मेरा खजाना। और जिसलिए शुक्रगुजारी कर रहे हैं 103 ਜ਼ਬੂਰ ਦੇ ਵਿੱਚ ਦੇਖੋ, ਉਸਦੀ ਸ਼ੁਕਰਗੁਜ਼ਾਰੀ ਦੇ ਵਿੱਚ, ਅਗਰ ਇਸਦੀ ਸ਼ੁਕਰਗੁਜ਼ਾਰੀ ਦੇ ਵਿੱਚ ਪ੍ਰਭੂ ਤੁਹਾਨੂੰ ਬਹੁਤ ਚੀਜ਼ਾਂ ਦਿਖਾਊਗਾ, ਮੇਰੀ ਤਾਂ ਮੰਦ ਬੁੱਧੀ ਜਿੰਨਾ ਕੁ ਮੈਨੂੰ ਦਿਖਾਉਂਦੀ ਆ, ਮੈਂ ਤੁਹਾਨੂੰ ਉਹ ਦਿਖਾਉਣਾ ਪਿਆ ਕਿ ਉਸਨੇ ਹੁਣ ਉਹ ਕਾਹਦੇ ਲਈ ਪ੍ਰਭੂ ਦਾ ਧੰਨਵਾਦ ਕਰਦਾ ਪਿਆ, ਉਹਦੀ ਮੁਕਤੀ ਦੇ ਲਈ। ਔਰ ਇਹ ਜਿਹੜਾ ਧੰਨਵਾਦ ਉਸਦਾ ਹੈਗਾ, ਇੱਕ ਇਹ ਨਹੀਂ ਹੈਗਾ ਕਿ हे ਮੇਰੇ ਮਨ, ਕਹਿੰਦਾ हे ਮੇਰੇ ਪੂਰਨ ਵਿਅਕਤੀਤਵ। ਕਹਿਣ ਦਾ ਕੀ ਮਤਲਬ, ਮੇਰਾ ਮਨ, ਮੇਰਾ ਸਰੀਰ, ਮੇਰੀ ਆਤਮਾ, ਮੇਰਾ ਮਨ, ਮੇਰਾ ਸਰੀਰ, ਮੇਰੀ ਆਤਮਾ, तो उसका धन्यवाद। धन्यवाद साडे मूंह चों नहीं निकलदा, धन्यवाद साडा जिहड़ा साडा सारा बीइंग आ ओहदे विचों पहुंचदा है। It's a hard thing. और ਇਹਦਾ ਆਨੰਦ ਉਸ ਲਈ ਮਿਲਦਾ ਸ਼ੁਕਰਗੁਜ਼ਾਰੀ ਦਾ, ਜਿਸ ਲਈ ਅਸੀਂ ਪ੍ਰਭੂ ਦੀ ਹਜ਼ੂਰੀ ਦੇ ਵਿੱਚ ਜਾਂਦੇ। ਜੋ ਧੰਨਵਾਦੀ ਦੇ ਸ਼ਬਦ ਉਹ ਦਿੰਦਾ, ਉਹ ਨਹੀਂ ਕਿਤੋਂ ਹੋਰ ਮਿਲਦਾ। ਇਨਸਾਨ ਦੇਖ ਕੇ ਅਸੀਂ ਇਹ ਦੇਖਦੇ ਪਏ ਹਾਂ ਕਿ ਉਹਦਾ ਸਾਰਾ ਬੀਇੰਗ ਸ਼ੁਕਰਗੁਜ਼ਾਰ ਆ। ਉਹ ਤਨ ਮਨ ਆਤਮਾ ਨਹੀਂ ਗਾ, ਉਹ ਇੱਕ ਸ਼ੁਕਰਗੁਜ਼ਾਰੀ ਵਿੱਚ ਲਪੇਟ ਹੋਇਆ ਆ ਇਨਸਾਨ। ਸਰਕਮਸਟੈਂਸਸ ਕੀ ਆ, ਬਜ਼ੁਰਗ ਹੋ ਚੁੱਕਾ, ਸਰੀਰ ਗਰਮ ਨਹੀਂ ਹੁੰਦਾ, ਗਰਮੀਆਂ ਸਰਦੀਆਂ ਨੂੰ ਠੰਡ ਲੱਗਦੀ ਪਈ, ਕੁੱਤਿਆਂ ਵਾਂਗੂ ਨਿਆਣੇ ਲੜਦੇ ਪਏ, ਜਰਨੈਲ ਆਪਣੀ ਜਗ੍ਹਾ ਤੇ ਆਪਣੇ ਮਨਪਸੰਦ ਦਾ ਜਿਹੜਾ ਉਹਦਾ ਕੋਈ ਕਿਸੇ ਮੁੰਡੇ ਨੂੰ ਰਾਜਾ ਬਣਾਉਣਾ ਮੰਗਦੇ ਪਏ।
ਰਾਣੀਆਂ ਨੇ ਆਪਣੀ ਰੇਲ ਬਣਾਈ ਹੋਈ ਤੇ ਮੇਰਾ ਮੁੰਡਾ ਕਿਸੇ ਤਰ੍ਹਾਂ ਰਾਜਾ ਬਣ ਜਾਏ। ਇਸਨੂੰ ਕੋਈ ਪ੍ਰਵਾਹ ਨਹੀਂ। ਇਹ ਸ਼ੁਕਰਗੁਜ਼ਾਰੀ ਦੇ ਵਿੱਚ ਸਾਰੇ ਇਸਰਾਇਲ ਦੇ ਇਤਿਹਾਸ ਦੇ ਵਿੱਚ ਇੱਕੋ ਹੀ ਰਾਜਾ ਹੋਇਆ ਜਿਸਨੇ ਆਪਣਾ ਮੁਕਟ ਲਾ ਕੇ ਆਪਣੇ ਬੇਟੇ ਦੇ ਸਿਰ ਤੇ ਰੱਖਿਆ। Isn't that amazing? ਜਿਸਨੇ ਰਾਜਾ ਹੋਣ ਤੋਂ ਰਿਟਾਇਰਮੈਂਟ ਲਈ, ਕਿਉਂਕਿ ਉਹਨਾਂ ਚੀਜ਼ਾਂ 'ਚ ਪੈਣਾ ਨਹੀਂ ਸੀ ਮੰਗਦਾ। What a blessing. What a blessing. ਕਿਉਂ? ਕਿਉਂਕਿ ਉਹਦਾ ਮਨ ਉਹਨਾਂ ਚੀਜ਼ਾਂ ਨਾਲ ਜੁੜਿਆ ਨਹੀਂ ਸੀ। ਉਹਦਾ ਮਨ ਮੰਦਰ ਬਣ ਚੁੱਕਾ ਸੀ ਔਰ ਉਹਨਾਂ ਚੀਜ਼ਾਂ 'ਚੋਂ ਪੈਣਾ ਨਹੀਂ ਸੀ ਮੰਗਦਾ। ਔਰ ਪ੍ਰਭੂ ਨੇ ਦੇਖੋ ਉਸਨੂੰ ਕਿੰਨੀ ਬਰਕਤ ਦਿੱਤੀ। ਇਸ ਹਾਲਤ ਦੇ ਵਿੱਚ 103 ਜ਼ਬੂਰ ਦੀ ਹਾਲਤ ਦੇ ਵਿੱਚ ਇਹ ਰਾਜਾ ਕਰ ਨਹੀਂ ਜਾ ਰਿਹਾ। ਇਸਨੂੰ ਕਹਿੰਦੇ ਆ 1-to-1 prayer, relationship, ਰਿਸ਼ਤਾ। ਸੰਤਾਨ, ਲੋਕ, ਪਿਆਰ, ਸ਼ੁਕਰਗੁਜ਼ਾਰੀ, ਇਹ ਚੀਜ਼ਾਂ ਇਸ ਬੰਦੇ ਦੀ ਜ਼ਿੰਦਗੀ। ਅੱਗੇ ਦੇਖੋ ਬੜਾ ਪਿਆਰੇ ਹਿੱਸੇ ਆ। this just amazing, it just amazed me ਜਿੰਨੀ ਵਾਰੀ ਵੀ ਮੈਂ ਇਹਨਾਂ ਹਿੱਸਿਆਂ ਨੂੰ ਪੜ੍ਹਦਾ। ਸੋ 6ਵੀਂ ਆਇਤ ਦੇ ਵਿੱਚ ਆਪਾਂ ਆ ਜਾਂਦੇ ਹਾਂ। ਕਿਸੇ ਤਰ੍ਹਾਂ ਦੀਆਂ ਫੋਕੀਆਂ ਗੱਲਾਂ ਤੋਂ ਧੋਖਾ ਨਾ ਖਾਓ, ਕਿਉਂਕਿ ਇਹੋ ਜਿਹੀਆਂ ਚੀਜ਼ਾਂ ਦੇ ਰਾਹੀਂ ਪਰਮੇਸ਼ਰ ਦੀ ਦੈਵੀ ਸਜ਼ਾ ਪਰਮੇਸ਼ਰ ਦੀ ਆਗਿਆ ਨਾ ਮੰਨਣ ਵਾਲਿਆਂ ਤੇ ਆਉਂਦੀ ਹੈ। ਪ੍ਰਭੂ ਨੇ ਇੱਕ ਰਸਤਾ ਖੋਲ ਦਿੱਤਾ ਹੈ, ਪ੍ਰਭੂ ਨੇ ਵਿੱਚੋਂ ਦਰਮਿਆਨੀ ਕੱਢ ਦਿੱਤਾ ਹੈ। ਹੁਣ ਉਹ ਆਪ ਦਰਮਿਆਨੀਆਂ ਤੇ ਆਪ ਹੀ ਪ੍ਰਭੂ। ਸੋ ਆਪਣੇ ਆਪ ਨੂੰ ਪ੍ਰਭੂ ਦੇ ਵਚਨ ਦੇ ਵਿੱਚ ਔਰ ਉਹਦੀ ਹਜ਼ੂਰੀ ਦੇ ਵਿੱਚ ਔਰ ਆਪਣੇ ਮਨ ਨੂੰ ਧੰਨਵਾਦੀ ਦੇ ਵਿੱਚ ਮਜ਼ਬੂਤ ਬਣਾਓ। ਬਾਕੀ ਦੀਆਂ ਜਿਹੜੀਆਂ ਚੀਜ਼ਾਂ ਆ ਉਹ ਪ੍ਰਭੂ ਏਦਾਂ ਇਕੱਠੀਆਂ ਕਰ ਦਿੰਦਾ ਕਿ ਜਿਸ ਤਰ੍ਹਾਂ ਤੁਹਾਨੂੰ ਸਮਝ ਵੀ ਨਹੀਂ ਲੱਗਦੀ ਕਿ ਹਾਊ ਇਟ ਇਜ਼ ਹੈਪਨਿੰਗ। ਲੇਕਿਨ ਫਿਰ ਤੁਹਾਡਾ ਉਹਨਾਂ ਵਿੱਚ ਦਿਲ ਵੀ ਨਹੀਂ ਹੁੰਦਾ, ਫਿਰ ਸਾਡਾ ਦਿਲ ਨਹੀਂ ਹੁੰਦਾ ਉਹਨਾਂ ਚੀਜ਼ਾਂ ਦੇ ਵਿੱਚ, ਸਾਡੇ ਮਨ ਨੂੰ ਨਹੀਂ ਹੁੰਦਾ, ਕਿਉਂਕਿ ਮਨ ਨੇ ਇੱਕ ਸਵਾਦ ਹੋਰ ਚੱਖ ਲਿਆ, ਦਿਲ ਨੇ ਆਪਣੇ ਘਰ ਦੇ ਵਿੱਚ ਕੋਈ ਹੋਰ ਦੇਖ ਲਿਆ, ਕੋਈ ਚੀਜ਼ ਜਿਹੜੀ ਪ੍ਰਾਪਤ ਕਰਨੀ ਬਹੁਤ ਮੁਸ਼ਕਿਲ। ਪਰ ਸਰੀਰ ਦੇ ਜਿਹੜੇ ਉਹ ਪਾਪ ਦੇ ਲੋਭ ਆ, ਉਹ ਸਾਰੀਆਂ ਚੀਜ਼ਾਂ ਕੱਢਦੀਆਂ ਜਾਂਦੀਆਂ। ਉਹ ਜਿਹੜੀਆਂ ਅੱਖਾਂ ਅਸੀਂ ਸਮਝਦੇ ਸੀ ਉਹ ਕਮਜ਼ੋਰ ਹੁੰਦੀਆਂ ਜਾਂਦੀਆਂ। ਉਹ ਅੱਖਾਂ ਜਿਹੜੀਆਂ ਪ੍ਰਭੂ ਦੇਣੀਆਂ ਮੰਗਦਾ, ਉਹਨਾਂ ਦੀ ਨਜ਼ਰ ਤੇਜ਼ ਹੁੰਦੀ ਹੈ। ਅਸੀਂ ਦੋ ਪਾਸੇ ਅੱਖਾਂ ਨਹੀਂ ਲਾ ਸਕਦੇ, ਅੱਖਾਂ ਤਾਂ ਦੋ ਆ ਪਰ ਚੀਜ਼ ਇੱਕੋ ਹੀ ਦਿਸਦੀ ਹੈ। ਇਹ ਨਹੀਂ ਹੈ ਕਿ ਇੱਧਰਲੀ ਅੱਖ ਇੱਧਰ ਨੂੰ ਦੇਖੀ ਜਾਂਦੀ ਤੇ ਇੱਧਰਲੀ ਇੱਧਰ ਨੂੰ ਦੇਖੀ ਜਾਂਦੀ, ਦੋ ਪਾਸੇ ਨਹੀਂ, ਇੱਕੋ ਚੀਜ਼ ਦਿਸਦੀ। ਜੇ ਦੋ ਦੇਖਦੇ ਤਾਂ ਦੋਨਾਂ ਦੇ ਵਿੱਚੋਂ ਦੇਖ ਲਓ, ਭਾਵੇਂ ਅਲੱਗ-ਅਲੱਗ ਚੀਜ਼ਾਂ ਪਈਆਂ ਹੋਣ, ਦੋ ਨਹੀਂ ਦੇਖ ਸਕਦੇ। ਇੱਕ ਚੱਜ ਨਾਲ ਦੇਖਣੀ ਤਾਂ ਇੱਕੋ ਹੀ ਦਿਸੂ। ਸੋ ਉਹ ਮੰਗ ਰਿਹਾ, ਉਹ ਇਸ ਚੀਜ਼ ਨੂੰ ਮੰਗ ਕਿ ਅਸੀਂ
ਉਹ ਜਿੱਦਾਂ ਪਹਿਲਾਂ ਦੌੜ ਫਿਰਦੇ ਹੁੰਦੇ ਸੀ ਕਿ ਮੰਗਲਵਾਰ ਨੂੰ ਮਾਤਾ ਦੇ ਦੌੜ ਗਏ, ਤਾਂ ਬੁੱਧਵਾਰ ਨੂੰ ਅਸੀਂ ਇੱਕ ਕੋਈ ਕਿੰਨਾ ਬਾਬਾ ਬਣਾਇਆ ਉਹਦੇ ਕੋਲ ਚਲੇ ਗਏ, ਵੀਰਵਾਰ ਨੂੰ ਸਮਾਧ ਤੇ ਮੱਥਾ ਟੇਕ ਆਏ, ਫਰਾਈਡੇ ਨੂੰ ਕਿਤੇ ਹੋਰ ਚਲੇ ਗਏ। ਫਿਰ ਉਹ ਇਟਸ ਸੇਮ ਥਿੰਗ, ਜਿਹੜੇ ਅਸੀਂ ਪਾਦਰੀਆਂ ਦੇ ਪਿੱਛੇ ਵੀ ਦੌੜਦੇ ਹਾਂ, ਸੇਮ ਥਿੰਗ ਹੈ। ਇਟਸ ਨਥਿੰਗ ਨਿਊ, ਇਟਸ ਨਥਿੰਗ ਨਿਊ। ਕਿਉਂਕਿ ਪ੍ਰਭੂ ਇਹ ਮੰਗਦਾ ਕਿ ਮੇਰਾ ਬੰਦਾ ਮੇਰੀ ਨਜ਼ਦੀਕੀ ਦੇ ਵਿੱਚ ਆ ਕੇ ਮੇਰੀ ਹਜ਼ੂਰੀ ਦੇ ਵਿੱਚ ਬਹਿਣਾ ਸਿੱਖੇ। ਔਰ ਜਿਹੜੀਆਂ ਉਸਨੇ ਕਿਹਾ ਕਿ ਤੁਹਾਡਾ ਬਾਪ, ਤੁਹਾਡਾ ਸਵਰਗੀ ਬਾਪ, ਸਾਡਾ ਸਵਰਗੀ ਬਾਪ ਸਾਡੇ ਮੰਗਣ ਤੋਂ ਪਹਿਲਾਂ ਹੀ ਜਾਣਦਾ ਸਾਨੂੰ ਕਿਹੜੀਆਂ ਚੀਜ਼ਾਂ ਦੀ ਜ਼ਰੂਰਤ ਹੈ। ਉਸਨੇ ਆਦਮ ਨੂੰ ਬਣਾ ਕੇ ਸਾਰੀਆਂ ਚੀਜ਼ਾਂ ਨਹੀਂ ਸੀ ਬਣਾਈਆਂ, ਉਹਨੇ ਸਾਰੀਆਂ ਚੀਜ਼ਾਂ ਬਣਾ ਕੇ ਆਦਮ ਬਣਾਇਆ ਸੀ। ਉਸਨੇ ਆਦਮ ਨੂੰ ਬਣਾ ਕੇ ਨਹੀਂ ਕਿਹਾ ਕਿ ਹੁਣ ਰੋਸ਼ਨੀ ਹੋਵੇ, ਹੁਣ ਸੂਰਜ ਬਣ ਜਾਏ, ਹੁਣ ਚੰਦ ਬਣ ਜਾਏ, ਹੁਣ ਧਰਤੀ ਦਾ ਜਿਹੜਾ ਪਾਣੀ ਉਹ ਅਲੱਗ ਹੋ ਜਾਏ। ਨਾ, ਸਭ ਕੁਝ ਬਣਿਆ ਸੀ, ਫਿਰ ਆਦਮ ਬਣਿਆ। ਉਹ ਜਾਣਦਾ ਸਾਨੂੰ ਕਿਹੜੀਆਂ ਚੀਜ਼ਾਂ ਦੀ। He knows. He just wants my heart. ਉਹ ਮੇਰਾ ਦਿਲ ਮੰਗਦਾ ਹੈ। ਕਿਉਂਕਿ ਜਿੰਨੀ ਦੇਰ ਤੱਕ ਦੋ ਦਿਲ ਆ ਨਾ, ਇੱਕ ਤਾਂ ਪੱਥਰ ਦਾ ਦਿਲ, ਜਿਹੜਾ ਪੱਥਰ ਦਾ ਦਿਲ ਆ ਉਹ ਜਿਹੜੀਆਂ ਦੁਨਿਆਵੀ ਅੱਖਾਂ ਸਾਡੀਆਂ, ਮੇਰੀਆਂ ਅੱਖਾਂ ਆ, ਉਹ ਪੱਥਰ ਦੇ ਦਿਲ ਨਾਲ ਜੁੜੀਆਂ। ਪਰ ਜਿਹੜਾ ਦਿਲ ਉਹਨੇ ਦਿੱਤਾ ਹੈ ਨਾ ਨਵਾਂ, ਉਹ ਅੰਦਰ ਨੂੰ ਬਹੁਤ ਦੇਖਦਾ। ਜਿਹੜੀਆਂ ਅੱਖਾਂ ਉਹਦੇ ਕੋਲ ਅੰਦਰ ਨੂੰ ਬਹੁਤ ਦੇਖਦਾ। ਤੇ ਕਦੇ ਕੋਈ ਐਸੀ ਚੀਜ਼ ਤਾਂ ਨਹੀਂ ਅੰਦਰ ਕੋਈ ਜਿਹੜੀ ਪ੍ਰਭੂ ਦੇ ਚੰਗੀ ਨਹੀਂ ਲੱਗਦੀ। ਕੋਈ ਸੀ ਦੇਖੋ ਕਹਿੰਦਾ ਅੱਛਾ, ਫਿਰ 8ਵੀਂ ਆਇਤ ਆ ਗਈ ਕਿ ਪਹਿਲਾਂ ਤੁਸੀਂ ਹਨੇਰੇ ਦੇ ਵਾਸੀ ਸੋ, ਪਰ ਹੁਣ ਤੁਸੀਂ ਪ੍ਰਭੂ ਦੀ ਸੰਗਤ ਦੇ ਵਿੱਚ ਆ ਕੇ ਚਾਨਣ ਦੇ ਵਾਸੀ ਬਣ ਗਏ ਹੋ। ਇਹਨੇ ਸਾਨੂੰ ਲੀਡ ਕਰਨਾ ਚਾਨਣ ਦੇ ਨਾਲ। ਜਿਹੜੀ ਮੇਨ ਜਿਹੜੀ ਹੁਣ ਆਉਣੀ ਹੈਗੀ ਆ ਆਇਤ, ਉਹ ਆਉਣੀ ਹੈਗੀ ਆ 13 verse 13 is the main verse ਇਸ ਸਾਰੇ ਚੈਪਟਰ। ਯਾਦ ਰੱਖੋ, ਚਾਨਣ ਹੀ ਹੈ ਜੋ ਹਰ ਤਰ੍ਹਾਂ ਦੀ ਭਲਾਈ, ਧਾਰਮਿਕਤਾ ਅਤੇ ਸੱਚ ਨੂੰ ਜਨਮ ਦਿੰਦਾ। ਠੀਕ, ਹਮੇਸ਼ਾ ਉਸ ਚੀਜ਼ ਦੀ ਭਾਲ ਕਰੋ ਜਿਸ ਵਿੱਚੋਂ ਪ੍ਰਭੂ ਖੁਸ਼ ਹੁੰਦਾ ਹੈ। ਹਨੇਰੇ ਦੇ ਵਾਸੀਆਂ ਦੇ ਕੰਮ ਦੇ ਨਾਲ ਕੋਈ ਵਾਸਤਾ ਨਾ ਰੱਖੋ, ਸਗੋਂ ਉਹਨਾਂ ਦੇ ਕੰਮਾਂ ਨੂੰ ਪ੍ਰਗਟ ਕਰੋ। ਉਹਨਾਂ ਗੱਲਾਂ ਨੂੰ ਜੋ ਉਹ ਗੁਪਤ ਰੂਪ ਵਿੱਚ ਕਰਦੇ ਹਨ, ਮੂੰਹ ਤੇ ਲਿਆਉਣਾ ਸ਼ਰਮ ਦੀ ਗੱਲ ਹੈ। ਸੋ ਅਗਰ ਇਹਨਾਂ ਦੋਨਾਂ ਆਇਤਾਂ ਨੂੰ ਜੋੜੀਏ ਤੇ ਸਾਨੂੰ ਉਹਨਾਂ ਚੀਜ਼ਾਂ ਨਾਲ ਵਾਸਤਾ ਰੱਖਣਾ ਨਹੀਂ ਚਾਹੀਦਾ। ਸੋ ਹੁਣ ਮੈਂ ਇਹ ਨਹੀਂ ਕਿ ਮੈਂ ਬਾਹਰ ਜਾ ਕੇ ਤਾਂ ਹਨੇਰੇ ਤੇ ਜਿਹੜੇ ਲੋਕ ਉਹਨਾਂ ਨੂੰ ਲੱਭ ਕੇ ਤੇ ਉਹਨਾਂ ਨੂੰ ਦੱਸਾਂ ਕਿ ਤੂੰ ਕੀ ਕਰਦਾ। ਕਹਿੰਦਾ ਉਹਨਾਂ ਦੇ ਕੰਮ ਤਾਂ ਮੂੰਹ ਤੇ ਲਿਆਉਣੇ ਵੀ ਸ਼ਰਮ। ਉਹ ਸਾਨੂੰ ਉਸ ਕੰਮ ਦੇ ਲਈ ਨਹੀਂ ਦਿੱਤਾ ਗਿਆ। ਸੋ ਉਹ ਫਿਰ ਪ੍ਰਭੂ ਕੀ ਕਹਿ ਰਿਹਾ? ਪ੍ਰਭੂ ਇਹ ਕਹਿ ਰਿਹਾ ਕਿ ਜਦ ਤੁਹਾਨੂੰ ਉਹ ਆਪਣੇ ਨਾਲ ਉਸ ਕੰਮ ਦੇ ਨਾਲ ਜੋੜਨਾ ਮੰਗਣ ਤਾਂ ਤੁਸੀਂ ਇਹ ਕਹੋ ਕਿ ਭਾਈ ਮੇਰੇ ਇਹ ਮੇਰੇ ਬਲੈਸ ਯੂ, ਜਿੱਦਾਂ ਤੂੰ ਤੇਰਾ ਮਨ ਚਾਹੁੰਦਾ। ਉਹਨਾਂ ਨੂੰ ਅਸੀਂ ਏਦਾਂ ਨਹੀਂ ਕਹਿ ਸਕਦੇ ਜਿੱਦਾਂ ਪ੍ਰਭੂ ਚਾਹੁੰਦਾ, ਉਹਨਾਂ ਨੂੰ ਅਸੀਂ ਇਹ ਕਹਿ ਸਕਦੇ ਜਿੱਦਾਂ ਤੇਰਾ ਮਨ ਚਾਹੁੰਦਾ ਤੂੰ ਕਰ। ਪਰ ਮੇਰੇ ਕਿਉਂਕਿ ਅਸੀਂ ਉਹਨਾਂ ਚੀਜ਼ਾਂ ਨੂੰ ਮੂੰਹ ਤੇ ਵੀ ਨਹੀਂ ਲਾ ਸਕਦੇ। ਸੋ ਹੁਣ ਅਸੀਂ ਕੀ ਕਰਨਾ? 13ਵੀਂ ਆਇਤ, ਹਰ ਚੀਜ਼ ਜੋ ਚਾਨਣ ਦੁਆਰਾ ਪ੍ਰਗਟ ਕਰ ਦਿੱਤੀ ਜਾਂਦੀ ਹੈ ਉਸ ਦੀ ਅਸਲੀਅਤ ਦਾ ਪਤਾ ਲੱਗ ਜਾਂਦਾ ਹੈ, ਬਲਕਿ ਉਹ ਆਪ ਹੀ ਚਾਨਣ ਦੇ ਵਿੱਚ ਬਦਲ ਜਾਂਦੀ ਹੈ। ਇਸ ਲਈ ਉਸਨੇ ਕਿਹਾ ਹੈ, ਉਸ ਕਹਿਣ ਦਾ ਕੀ ਗੱਲ ਫਿਰ ਉਹ ਮੇਰੇ ਤੇ ਆ ਗਈ। ਜਿਸ ਵੇਲੇ ਪਾਪ ਮੇਰੇ ਵਿੱਚ ਉਹੀ ਬਣਿਆ ਰਹੂਗਾ ਜਿਹੜਾ ਮੈਂ ਆਪਣੇ ਅੰਦਰ ਲੁਕੋ ਕੇ, ਕਿਉਂਕਿ ਇਹਨੂੰ ਮੈਂ ਛੱਡਣਾ ਨਹੀਂ ਮੰਗਦਾ। ਪਾਪ ਦੇ ਵਿੱਚ ਵੀ ਆਨੰਦ ਆਉਂਦਾ, ਨਹੀਂ ਲੋਕ ਪਾਪ ਕਿਉਂ ਕਰਨ ਜੇ ਆਨੰਦ ਨਾ ਆਉਂਦਾ ਹੋਵੇ?
ਆਨੰਦ ਆਉਂਦਾ ਪਾਪ ਦੇ ਵਿੱਚ, ਬੜੀ ਖੁਸ਼ੀ ਮਿਲਦੀ ਹੈ। ਸੋ ਕੀ ਇਨਸਾਨ ਕਰਦਾ, ਉਹਨਾਂ ਨੂੰ ਫਿਰ ਉਹਨਾਂ ਚੀਜ਼ਾਂ ਨੂੰ ਅੰਦਰ ਲੁਕੋ ਕੇ ਰੱਖ, ਉਹਨਾਂ ਨੂੰ ਹਨੇਰੇ ਦੇ ਵਿੱਚ ਰੱਖ, ਫਿਰ ਉਹਨਾਂ ਚੀਜ਼ਾਂ ਨੂੰ ਹਨੇਰੇ ਦੇ ਵਿੱਚ ਕਰਦਾ, ਲੁਕੋ ਕੇ ਕਰਦਾ। ਉਹ ਕਰਨ ਤੋਂ ਬਾਅਦ ਥੋੜਾ ਸਮਾਂ ਤਾਂ ਚਲੋ ਬੜੀ ਖੁਸ਼ੀ ਮਿਲਦੀ ਹੈ, ਲੇਕਿਨ ਬਾਅਦ ਦੇ ਵਿੱਚ ਜਿਹੜਾ ਮਨ, ਜਿਹੜਾ ਸ਼ੈਤਾਨ ਆ, ਉਹ ਸਾਨੂੰ ਆ ਕੇ ਦੱਸਦਾ, ਦੇਖ ਤੂੰ ਕੀਤਾ, ਬੜਾ ਤੂੰ ਆਪਣੇ ਆਪ ਨੂੰ ਪ੍ਰਭੂ ਦਾ ਕਹਿਣਾ, ਦੇਖ ਦੋਹਰਾ ਰਗੜਾ ਕੀ ਹੁੰਦਾ ਸੀ। ਔਰ ਫਿਰ ਅਸੀਂ ਕੀ ਕਹਿੰਦੇ ਆ, ਸਾਰੇ ਕਰਦੇ ਆ, ਫਿਰ ਉਸ ਨੂੰ ਕਹਿ ਕੇ ਫਿਰ ਅੰਦਰ ਪ੍ਰਭੂ ਕੀ ਕਹਿੰਦਾ, ਵਚਨ ਕੀ ਕਹਿੰਦਾ, ਵਚਨ ਇਹ ਕਹਿ ਰਿਹਾ ਉਸ ਚੀਜ਼ ਨੂੰ ਪ੍ਰਭੂ ਦੇ ਸਾਹਮਣੇ ਲੈ ਕੇ ਆਓ। ਔਰ ਉਹ ਕਿਸ ਲਈ ਲੈ ਕੇ ਆਉਣਾ, ਜਿਹੜੀ ਮੇਰੀ ਆਪਣੀ ਸਵੇਰ ਦੀ ਤੇ ਸ਼ਾਮ ਦੀ ਦੁਆ ਹੈ। That's just for me, ਉਹ ਸਿਰਫ ਮੇਰੀ ਆਪਣੀ। ਇਹ ਮੇਰੇ ਮੰਦਰ ਦਰਵਾਜ਼ੇ ਨੂੰ ਖੋਲ ਔਰ ਆਪਣੇ ਪ੍ਰਭੂ ਨੂੰ ਅੰਦਰ ਆਉਂਦੇ। ਇਹ ਮੇਰੇ ਮਨ ਆਪਣੇ ਆਪ ਨੂੰ ਖੋਲ ਔਰ ਆਪਣੀ ਗੰਦਗੀ ਨੂੰ ਮੋੜੇ ਆਉਂਦੇ। ਇਹ ਮੇਰੇ ਦਿਲ ਪ੍ਰਭੂ ਦੀ ਦਿੱਤੀ ਹੋਈ ਗਾਈਡੈਂਸ ਨੂੰ ਸਵੀਕਾਰ ਕਰ, ਉਸ ਦੇ ਪਿੱਛੇ ਜਾ। 4 ਸਟੈਪ ਮੈਂ ਤੁਹਾਨੂੰ ਕੱਲੇ ਸਾਰਿਆਂ ਨੂੰ, ਅਗਰ ਤੁਸੀਂ WhatsApp ਤੇ ਉੱਤੇ ਆ, ਤੁਹਾਨੂੰ ਉਹ 4 ਸਟੈਪ ਕਹਿਓ। That's the 4 things। और उस तो बाद प्रभु तुहानू बताएगा। ये 4 बिल्कुल प्राइमरी स्टेप प्रभु दी हजूरी दे विच उसनू आउण देना, उसनू अपने मन नू जड़ियां गहरियां लुकोक चीज़ां रखियां बाहर कढ के लियाउणियां, प्रभु दी आवाज़ नू सुनना, उसनू उसदे उत्ते चलना। और जिसले दुआ बंद करनी उस तो ताकत। That's the personal prayer। इस दे विच कोई हिस्सेदार उस समय दे विच ना कोई रिश्तेदार, ना कोई नाती, ना कोई भैन, ना कोई भरा, ना कोई बच्चा, ना कोई धी। ਅਸੀਂ ਖੂਹ ਦੇ ਵਿੱਚ ਡਿੱਗੇ ਇਨਸਾਨ ਨੂੰ ਤਾਂ ਹੀ ਕੱਢ ਸਕਦੇ ਹਾਂ ਜੇ ਅਸੀਂ ਆਪ ਉੱਤੇ ਬੈਠੇ। ਮੈਂ ਖੂਹ ਦੇ ਵਿੱਚ ਡਿੱਗੇ ਹੋਏ ਇਨਸਾਨ ਨੂੰ ਛਾਲ ਮਾਰ ਕੇ ਨਹੀਂ ਕੱਢ ਸਕਦਾ, ਦੋਨੇ ਡੁੱਬ ਜਾਣ। ਜਿਹੜੀਆਂ ਫਿਰ ਮੈਂ ਬਾਕੀ ਦੀਆਂ ਦੁਆਵਾਂ ਕਰਦਾ ਹੈਗਾ, ਉਹਦੇ ਕਰਨ ਤੋਂ ਪਹਿਲਾਂ ਮੈਨੂੰ ਆਪਣੇ ਆਪ ਨੂੰ ਬਾਹਰ ਖੂਹ ਦੇ ਬਾਹਰ ਬਹਿਣਾ ਪਊ। ਉਹ ਰੱਸਾ ਕਿਸੇ ਨਾਲ ਬੰਨਣਾ ਪੈਂਦਾ ਤੇ ਫਿਰ ਉਹ ਰੱਸਾ ਮੈਂ ਸੁੱਟ ਸਕਦਾ। That's what we do when we pray for somebody else। ਜਿਹੜੇ ਕਿਸੇ ਦੇ ਲਈ ਦੁਆ ਕਰਦੇ ਹਾਂ ਤੇ ਇਹ ਆ ਦੁਆ, ਲੇਕਿਨ ਉਸ ਤੋਂ ਪਹਿਲਾਂ ਮੈਨੂੰ ਆਪਣੇ ਆਪ ਨੂੰ, ਤੁਹਾਨੂੰ ਆਪਣੇ ਆਪ ਨੂੰ ਬੰਨਣਾ ਪੈਂਦਾ। ਪ੍ਰਭੂ ਦੇ ਨਾਲ ਆ ਡੀਪ ਐਂਕਰ ਤੁਹਾਨੂੰ ਚਾਹੀਦਾ, ਜਿਹੜਾ ਸਵਰਗ ਦੇ ਵਿੱਚ। That's how we pray। ਇਹ ਹੈ ਦੁਆ ਦੀ ਬੇਸਿਕਸ। ਦੇਖੋ ਅੱਗੇ ਕੀ ਕਹਿ ਰਿਹਾ, ਸੌਣ ਵਾਲੇ ਜਾਗ, ਸੌਣ ਵਾਲੇ ਜਾਗ, ਮੁਰਦਿਆਂ ਵਿੱਚੋਂ ਉੱਠ ਖੜਾ ਹੋ ਤਾਂ ਮਸੀਹ ਤੇਰੇ ਤੇ ਚਾਨਣ ਕਰੇ। ਉਹਨਾਂ ਮੁਰਦਾ ਚੀਜ਼ਾਂ ਨੂੰ ਆਉਣ ਦੇ ਅੱਗੇ। ਕਿ ਆ ਮੇਰੇ ਪ੍ਰਭੂ ਜੀ, ਮੈਂ ਗੁੱਸਾ ਮੇਰਾ ਬਹੁਤ ਭੈੜਾ ਆ, ਇਹ ਦੁੱਖ ਦਿੰਦਾ ਹੈ ਸਾਰਿਆਂ ਨੂੰ, ਇਹ ਮੈਨੂੰ ਸਾੜਦਾ ਪਿਆ। ਜਿਹੜੀਆਂ ਚੀਜ਼ਾਂ ਹੈਗੀਆਂ ਪ੍ਰਭੂ ਦੇ ਅੱਗੇ ਲੈ ਕੇ ਆਓ, ਸਵੱਛ ਕਰੋ ਇਸ ਅੰਤਕਰਨ ਨੂੰ, ਤਾਂ ਕਿ ਉਸਦਾ ਡੇਰਾ ਲੱਗੇ, ਉਸਦਾ ਤੰਬੂ ਅੰਦਰ ਲੱਗੇ, ਉਸਦਾ ਮੰਦਰ ਅੰਦਰ ਬਸੇ। ਫਿਰ ਆਨੰਦ ਆਉਂਦਾ ਮਸੀਹੀ ਜ਼ਿੰਦਗੀ ਦਾ।
ਫਿਰ ਰਹਿਮ ਕਰਦਾ ਪ੍ਰਭੂ, ਫਿਰ ਅਸੀਂ ਉਸਦੀ ਨਜ਼ਦੀਕੀ ਦੇ ਵਿੱਚ ਬਹਿਣਾ ਸਿੱਖਦੇ ਹਾਂ, ਤੇ ਫਿਰ ਸਾਨੂੰ ਪਤਾ ਲੱਗਦਾ ਕਿ ਵਾਓ, ਜਿਸ ਨੂੰ ਸਵੀਕਾਰ ਕੀਤਾ ਉਹ ਇਹ ਆ। ਦੇਖੋ, ਇਸ ਲਈ ਆਪਣੇ ਰਹਿਣ ਬਹਿਣ ਵੱਲ ਧਿਆਨ ਦੇਵੋ, ਮੂਰਖਾਂ ਵਾਲਾ ਵਰਤਾਓ ਨਾ ਕਰੋ। ਸਟੈਪ ਬਾय ਸਟੈਪ ਸਾਨੂੰ ਲੈ ਕੇ ਜਾ ਰਹੇ ਹਨ। ਆਪਣੇ ਰਹਿਣ ਬਹਿਣ ਦੇ ਵੱਲ ਧਿਆਨ ਦੇਵੋ, ਮੂਰਖਾਂ ਵਾਲਾ ਵਰਤਾਓ ਨਾ ਕਰੋ। ਔਰ ਅੱਗੇ ਦੇਖੋ ਕਿੰਨੀ ਪਿਆਰੀ ਚੀਜ਼, ਆਪਣੇ ਸਮੇਂ ਤੋਂ ਪੂਰਾ ਪੂਰਾ ਲਾਭ ਪ੍ਰਾਪਤ ਕਰੋ, ਕਿਉਂਕਿ ਦਿਨ ਬੁਰੇ ਹਨ। ਕਿਹੜੇ ਸਮੇਂ ਤੋਂ? ਕਿਹੜੇ ਸਮੇਂ ਤੋਂ? ਇੰਨੀ ਦੇਰ ਦਾ ਸਾਨੂੰ ਪਹਿਲੇ ਚੈਪਟਰ ਤੋਂ ਲੱਗਾ ਇੱਥੇ ਤੱਕ ਲਿਆ ਕੇ ਹੁਣ ਸਾਨੂੰ ਕਹਿੰਦਾ ਕਿ ਆਪਣੇ ਸਮੇਂ ਦਾ ਪੂਰਾ ਪੂਰਾ ਲਾਭ ਲਓ। ਉਹ ਲਾਭ ਜਿਹੜਾ ਅਸਲੀ ਸਾਨੂੰ ਮਿਲਿਆ ਆ, ਉਹ ਮੁਕਤੀ ਜਿਹੜੀ ਸਾਨੂੰ ਅਸਲੀ ਚੀਜ਼ ਜਿਹੜੀ ਸਾਨੂੰ ਮਿਲੀ ਹੋਆ, ਪ੍ਰਭੂ ਦਾ ਆਤਮਾ ਜੋ ਸਭ ਤੋਂ ਪਵਿੱਤਰ ਸਾਨੂੰ ਚੀਜ਼ ਮਿਲੀ ਹੋਆ, ਉਸ ਦੇ ਲਈ ਕਹਿ ਰਿਹਾ ਦਿਨ ਬੁਰੇ ਆ, ਦਿਨ ਬੁਰੇ ਆ। ਔਰ ਜਿੰਨਾ ਸਮਾਂ ਉਸਦਾ ਪੂਰਾ ਪੂਰਾ ਲਾਭ। ਔਰ ਲਾਭ ਕਿੱਦਾਂ ਮਿਲੇਗਾ? ਜੇ ਅਸੀਂ ਪ੍ਰਭੂ ਦੀ ਹਜ਼ੂਰੀ ਦੇ ਵਿੱਚ ਜਾਣਾ ਸਿੱਖਾਂਗੇ, ਜੇ ਉਹਦੀ ਹਜ਼ੂਰੀ 'ਚ ਬੈਠਣਾ ਸਿੱਖਾਂਗੇ। ਤੇ ਜੇ ਮੈਂ ਉੱਥੇ ਜਾ ਕੇ ਦੁਆ ਕਰਨੀ ਤੇ ਪ੍ਰਭੂ ਜੀ ਸੈਮੂਅਲ ਨਾਲ ਏਦਾਂ ਕਰਦੇ, ਜੋਈ ਨੂੰ ਏਦਾਂ ਕਰਦੇ ਹੈ, ਤਰਨਜੀਤ ਨਾਲ ਏਦਾਂ ਕਰਦੇ, ਤੇ ਜੇ ਮੇਰੀ ਇਹੋ ਹੀ ਦੁਆ ਹੈ ਤਾਂ ਫਿਰ ਤਾਂ ਬਹਿਰਾ ਹੈ ਮੇਰਾ ਪ੍ਰਭੂ ਥੋੜਾ। ਇਹ ਤਾਂ ਸੇਮ ਚੀਜ਼ ਹੈ ਜਿਹੜੀ ਅਸੀਂ ਉਹ ਪਿੱਛੇ ਕਰਦੇ ਹੁੰਦੇ ਸੀ, ਹੁਣ ਬਸ ਫਰਕ ਇੰਨਾ ਆ। तो उत्थे माता रानी की जय बुला देंगे सी, हुण असीं यसू की जय बुला देगी। सेम थिंग। सानूं की करना पैना? जिद्दां असीं देखिया कि सानूं आप खूह दे कंढे ते पहलां निकल के बहना। सो वो है प्रभु की हजूरी दे विच सानूं बहना सीखना पैना कि प्रभु की हजूरी दे विच किद्दां बैठीदा। और उस दे विच साडा धन्नवाद जिहड़ा प्रभु दे नाल वो इन्हां चीज़ां दे लई धन्नवाद नहीं कि तू मैनूं आ देता इहदे लई तेरा धन्नवाद। नो नो नो, धन्नवाद सिर्फ उहदे लई कि तू मैनूं अपना आप दित्ता। तो इस वेले अपनी कई समय अपनी हजूरी दे नाल तू मैनूं अपनी नज़दीकी बख्शी। मैं धन हो गया, मैं धन हो गया। तू जिथे मैं बैठा उसनूं पवित्र कर दिता, तू उस जगह नूं पवित्र कर दिता। कन्नां दे बाहर नहीं खड़े हो जाणगे तुसीं मैनूं कहो। Is that precious? वो जिहड़ा निवाला है ना, जिहड़ा वो खड़ाउंदा उस लई, is that precious? सारा दिन सारी रात आनंद दे नाल जिंदगी भरी रहती और भरोसा जिहड़ा प्रभु ते वो बधना शुरू होता। ਉਹਦੀ दया ਦੇ ਵਿੱਚ ਅਸੀਂ ਵਧਣਾ शुरू ਕਰਦੇ ਹਾਂ। ਸਾਨੂੰ ਸਮਝ ਆਉਂਦੀ ਹੈ दया ਤੇ ਕਿਰਪਾ 'ਚ ਫਰਕ ਕੀ ਹੈ। ਅਸੀਂ दया ਕਰਨ ਵਾਲੇ ਬਣ ਜਾਂਦੇ। ਇਹ ਕੋਈ ਬਾਹਰਲੀ ਫੋਰਸ ਨਹੀਂ ਅਸੀਂ ਬਣ ਕੇ ਅਸੀਂ ਦਿਆਲੂ ਬਣਦੇ ਜਾਂ ਦਿਖਾ ਕੇ ਅਸੀਂ ਦਿਆਲੂ ਬਣਦੇ ਹਾਂ। It will change। ਜਿਹੜੀ ਚੇਂਜ ਪ੍ਰਭੂ ਅੰਦਰ ਲੈ ਕੇ ਆਉਂਦਾ, ਜਿਹੜੀ ਉਹ ਅੰਤਕਰਨ ਦੇ ਵਿੱਚ ਬਦਲਾਅ ਲੈ ਕੇ ਉਹਦੀ ਗੱਲ ਕਰਦਾ। ਉਸ ਤੋਂ ਬਾਅਦ ਦੇਖੋ ਪ੍ਰਭੂ ਦਾ ਅੱਜ ਅਸੀਂ ਬਸ ਆਹ ਹਿੱਸਾ ਕੱਲ ਨੂੰ ਦੁਬਾਰਾ ਪੜਾਂਗੇ 18 ਆਇਤ ਤੋਂ। ਸ਼ਰਾਬ ਪੀਣੀ ਛੱਡ ਦਿਓ ਨਹੀਂ ਤਾਂ ਇਹ ਤੁਹਾਡਾ ਨਾਸ਼ ਕਰ ਦੇ। ਲੇਕਿਨ ਜਿਹੜਾ ਹੈਗਾ ਕਿ ਇਹ ਤੁਹਾਨੂੰ ਜਿਹੜਾ ਅਸਲੀ ਟ੍ਰਾਂਸਲੇਸ਼ਨ ਆ
ਕਿ ਉਹ ਕਹਿ ਰਿਹਾ ਕਿ ਤੁਸੀਂ ਜਿਹੜੀ ਵਾਈਨ ਪੀਂਦੇ ਆ, ਵਾਈਨ ਜਾਂ ਸ਼ਰਾਬ ਸੇਮ ਥਿੰਗ ਜਿਹੜੀ ਪੀਂਦੇ ਆ, ਇਹ ਤੁਹਾਨੂੰ ਡਿਬਾਚਰੀ ਦੇ ਵੱਲ ਲੈ ਕੇ ਜਾਂਦੀ, ਇਹ ਤੁਹਾਡਾ ਧਿਆਨ ਗਲਤ ਚੀਜ਼ਾਂ ਦੇ ਵੱਲ, ਇਹ ਉਹ ਆਤਮਾ ਆ ਜਿਹੜਾ ਤੁਹਾਡਾ ਧਿਆਨ ਗਲਤ ਪਾਸੇ ਨੂੰ ਲੈ ਕੇ ਜਾਂਦਾ। ਨਾਸ਼ ਨਹੀਂ, ਨਾਸ਼ ਤਾਂ ਚਲੋ ਉਹ ਜਿਹੜਾ ਬੰਦੇ ਨੇ ਹੋਣਾ ਉਹ ਤਾਂ ਹੋਣਾ ਹੀ ਹੋਵੇ ਨਾ, ਲੇਕਿਨ ਇਹ ਧਿਆਨ ਜਿਹੜੀ ਸਭ ਤੋਂ ਵੱਡੀ ਜਿਹੜਾ ਨੁਕਸਾਨ ਹੈ ਇਸਦਾ, ਕਿ ਇਸ ਦੀ ਇਨਫਲੂਐਂਸ ਦੇ ਵਿੱਚ ਸਾਡੇ ਕੋਲ ਕੋਈ ਵਿਚਾਰ ਸਾਡਾ ਚੰਗਾ ਨਹੀਂ, ਇਹ ਸਾਡੇ ਵਿਚਾਰਾਂ ਨੂੰ ਗਲਤ ਪਾਸੇ ਕਮਾਂਡ ਵੱਲ ਨੂੰ ਲੈ ਕੇ ਜਾਂਦੀ ਹੈ, ਨਫ਼ਰਤ ਵੱਲ ਨੂੰ ਲੈ ਕੇ ਜਾਂਦੀ ਹੈ, ਬਹਿਸ ਵੱਲ। ਇਹ ਸਾਡੀ ਮਾਨਵਤਾ ਦਾ ਨਾਸ਼ ਕਰਦੀ ਹੈ। ਸਰੀਰ ਨੇ ਤਾਂ ਉਹਨੇ ਦਿਨ ਜੀਣਾ ਜਿੰਨੇ ਉਹਨੇ ਦਿੱਤੇ ਹੋ। ਜੇ ਇਹਨੇ ਲੱਗੀਆਂ ਬਿਮਾਰੀਆਂ ਦੇ ਨਾਲ ਜੀਵਾਂਗੇ ਤਾਂ ਫਿਰ ਏਦਾਂ ਹੈਗਾ ਕਿ ਜੀਣਾ ਦੁੱਭਰ ਹੋ ਜਾਏ, ਬਿਮਾਰੀਆਂ ਦੇ ਨਾਲ ਮਰਾਂਗੇ, ਰੜਕ ਕੇ ਮਰਾਂਗੇ। ਜੇ ਨਹੀਂ ਤਾਂ ਫਿਰ ਪ੍ਰਭੂ ਆਪਣੀ ਕਿਰਪਾ ਕਰੇਗਾ, ਅਖੀਰ ਤੱਕ ਸੰਭਾਲ ਕੇ ਰੱਖੇਗਾ। ਬੇਸਿਕਲੀ that's what it is। ਮੈਂ ਕਿਸੇ ਦਾ ਜੱਜ ਨਹੀਂ, ਨਾ ਮੈਂ ਬਣਨਾ ਮੰਗਦਾ, ਸਿੰਪਲ ਐਜ਼ ਦੈਟ। ਦਿਨ ਉਹਨੇ ਹੀ ਆ ਜਿੰਨੇ ਉਹਨੇ ਦਿੱਤੇ ਆ, ਜੀਣਾ ਪੈਣਾ ਹੈ। ਔਰ ਉਹਨਾਂ ਦਿਨਾਂ ਦੇ ਵਿੱਚ ਜੇ ਅਸੀਂ ਇਸ ਮੰਦਰ ਨੂੰ ਸੰਭਾਲ ਕੇ ਰੱਖਾਂਗੇ ਤਾਂ ਪ੍ਰਭੂ ਦੀ ਕਿਰਪਾ ਰਹੇਗੀ। ਅੰਤ ਤੱਕ ਖੁਸ਼ੀ ਦੇ 103 ਜਬੂਰ ਗਾਉਂਦੇ ਜਾਵਾਂਗੇ, ਧੰਨਵਾਦੀਆਂ ਕਰਦੇ ਕਿੰਨਾ ਪ੍ਰਭੂ ਦੀ ਹਜ਼ੂਰੀ ਦੇ ਵਿੱਚ ਜਾਵਾਂਗੇ। ਜੇ ਨਹੀਂ ਤਾਂ ਫਿਰ ਉਹ ਜਿਹੜੇ ਅਰਥਾਈਟਸ ਦੇ ਗੀਤ ਗਾਈਦੇ ਆ, ਗੋਡਾ ਦੁਖਦਾ ਮੋਢਾ ਦੁਖਦਾ ਹੈ, ਉਹ ਕਰਕੇ ਜਾਵਾਂਗੇ। ਲੇਕਿਨ ਇਹ ਮਾਨਵਤਾ, ਸਾਡੀ ਮਾਨਵਤਾ ਦਾ ਬਹੁਤ ਨਾਸ਼ ਕਰਦੀ। ਰਿਸ਼ਤਿਆਂ ਨੂੰ ਖਰਾਬ ਕਰਨ ਦੇ ਵਿੱਚ ਸਭ ਤੋਂ ਵੱਡਾ ਹੱਥ ਇਹਨਾਂ ਚੀਜ਼ਾਂ ਦਾ ਹੈ। And that's what ਪ੍ਰਭੂ ਦਾ ਬੰਦਾ ਕਹਿ ਰਿਹਾ। ਪਰ ਉਹ ਸਾਨੂੰ ਕਹਿ ਰਿਹਾ, ਤੁਸੀਂ ਪਵਿੱਤਰ ਆਤਮਾ ਦੇ ਉਸ ਦੀ ਮਗਨਤਾ ਦੇ ਨਾਲ ਪੜੋ, ਉਸ ਦੇ ਆਨੰਦ ਦੇ ਨਾਲ ਪੜੋ। ਔਰ ਜਿਸ ਲਈ ਪਵਿੱਤਰ ਆਤਮਾ ਦੇ ਆਨੰਦ ਦੇ ਨਾਲ ਅਸੀਂ ਪੜ੍ਹਦੇ ਹਾਂ ਤਾਂ ਫਿਰ ਸਾਡੇ ਆਹ ਚੀਜ਼ਾਂ ਪੈਦਾ ਹੁੰਦੀਆਂ, ਭਜਨ, ਗੀਤ, ਆਤਮਕ ਰਾਗ ਔਰ ਆਪਣੇ ਭਾਵਾਂ ਨੂੰ ਅਸੀਂ ਫਿਰ ਉਹਨਾਂ ਚੀਜ਼ਾਂ ਦੇ ਵਿੱਚ ਪ੍ਰਗਟ ਕਰਦੇ। ਔਰ ਫਿਰ ਆਪਣੇ ਮਨੋਂ ਪ੍ਰਭੂ ਦਾ ਭਜਨ ਅਤੇ ਸਿਮਰਨ ਕਰੋ। ਮਨ ਗਏ ਹੈ ਪਰਮੇਸ਼ਰ ਪਿਤਾ ਪ੍ਰਭੂ ਯਿਸੂ ਮਸੀਹ ਦੇ ਨਾਂ ਦੇ ਦੁਆਰਾ ਧੰਨਵਾਦ ਸਭ ਚੀਜ਼ਾਂ ਦੇ ਲਈ ਕਰੋ। ਹਰ ਇੱਕ ਚੀਜ਼ ਦੇ ਲਈ ਆਪਣੇ ਮਨਾਂ ਨੂੰ ਧੰਨਵਾਦੀ ਰੱਖੋ। ਟਿਊਜ਼ਡੇ ਨੂੰ ਅਸੀਂ ਇਹਨਾਂ ਚੀਜ਼ਾਂ ਨੂੰ ਕੋਈ ਫਿਰ ਦੇਖਾਂਗੇ ਔਰ ਫਿਰ ਅਸੀਂ ਆਪਣੇ ਰਿਸ਼ਤਿਆਂ ਦੇ ਵਿੱਚ ਬਤਾਂਗੇ ਕਿ ਪਤੀ ਔਰ ਪਤਨੀ ਦਾ ਰਿਸ਼ਤਾ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ। ਅਸੀਂ ਦੋ ਇਸ ਤਰੀਕੇ ਨਾਲ ਦੇਖਾਂਗੇ ਸਾਡਾ ਆਪਣੇ ਪ੍ਰਭੂ ਦੇ ਨਾਲ ਰਿਸ਼ਤਾ ਕਿੱਦਾਂ ਹੋਣਾ ਚਾਹੀਦਾ, ਕਿਉਂਕਿ ਪ੍ਰਭੂ ਨੇ ਸਾਰੀ ਕਲੀਸਿਆ ਨੂੰ ਆਪਣੀ ਪਤਨੀ ਦਾ ਰੂਪ ਵੀ ਦਿੰਦਾ ਹੈ ਔਰ ਉਹ ਸਾਡਾ ਉਸਨੇ ਪ੍ਰਭੂ ਯਿਸੂ ਮਸੀਹ ਨੂੰ ਪਤੀ ਦਾ ਰੂਪ ਦਿੱਤਾ ਗਿਆ ਕਿਉਂਕਿ ਉਹ ਦੁਲਹਾ ਆਪਣੀ ਦੁਲਹਨ ਨੂੰ ਲੈ ਕੇ ਜਾਏਗਾ। ਔਰ ਇਸੇ ਤਰ੍ਹਾਂ ਬੱਚੇ ਔਰ ਮਾਪੇ, ਇਹਦੇ ਵਿੱਚ ਅਸੀਂ ਆਪਣੇ ਸਵਰਗੀ ਬਾਪ ਦਾ ਔਰ ਆਪਣਾ ਰਿਸ਼ਤਾ ਦੇਖਾਂਗੇ, ਗੁਲਾਮ ਅਤੇ ਮਾਲਕ। ਔਰ ਇਸ ਦੇ ਵਿੱਚ ਅਸੀਂ ਸਾਡਾ ਰਿਸ਼ਤਾ ਜੋ ਪ੍ਰਭੂ ਦੇ ਲੋਕ ਹਨ ਬਾਕੀ ਦੀ ਦੁਨੀਆ ਦੇ ਨਾਲ ਕਿੱਦਾਂ ਹੋਣਾ ਚਾਹੀਦਾ। ਅਸੀਂ ਜੋ ਪ੍ਰਭੂ ਯਿਸੂ ਚ ਆਜ਼ਾਦ, ਉਹ ਜੋ ਗੁਲਾਮ। ਔਰ ਉਸ ਤੋਂ ਬਾਅਦ ਫਿਰ ਅਸੀਂ ਸਾਡਾ ਆਪਣਾ ਪਤੀ ਪਤਨੀ ਦਾ ਰਿਸ਼ਤਾ ਕਿੱਦਾਂ ਦਾ ਹੋਣਾ ਚਾਹੀਦਾ, ਸਾਡੇ ਬੱਚਿਆਂ ਦਾ ਰਿਸ਼ਤਾ ਕਿੱਦਾਂ ਦਾ ਹੋਣਾ ਚਾਹੀਦਾ ਔਰ ਸਾਡਾ ਜੋ ਦੂਸਰੀ ਕੌਮਾਂ ਦੇ ਲੋਕ ਉਹਨਾਂ ਦੇ ਨਾਲ ਰਿਸ਼ਤਾ ਕਿੱਦਾਂ ਦਾ ਹੋਣਾ ਚਾਹੀਦਾ। ਸੋ ਇਸ ਨੂੰ ਦੋ ਤਰੀਕੇ ਦੇ ਨਾਲ ਅਸੀਂ ਇਸ ਨੂੰ ਦੇਖਾਂਗੇ। Let us pray out loud। ਪ੍ਰਭੂ ਦੀ ਹਜ਼ੂਰੀ ਤੁਹਾਡੇ ਸਭ ਦੇ ਨਾਲ ਬਣੀ। ਪਿਆਰੇ ਬਾਪ, ਮੈਂ ਤੇਰਾ ਬਹੁਤ ਸ਼ੁਕਰ ਕਰਦਾ। ਖੁਦਾਵੰਦ, ਮੈਂ ਤੇਰਾ ਸ਼ੁਕਰ ਕਰਦਾ ਕਿ ਮੈਂ ਆਪਣੇ ਭੈਣ ਭਰਾਵਾਂ ਦੇ ਨਾਲ
ਉਹਨਾਂ ਚੀਜ਼ਾਂ ਨੂੰ ਸ਼ੇਅਰ ਕਰ ਸਕਦਾ ਜੋ ਖੁਦਾਵੰਦ ਤੂੰ ਮੈਨੂੰ ਪਿਛਲੇ 5 ਸਾਲਾਂ ਦੇ ਵਿੱਚ ਸਿਖਾਈਆਂ। ਉਹ ਨਜ਼ਦੀਕੀ ਤੂੰ ਮੈਨੂੰ ਦਿੱਤੀ ਪ੍ਰਭੂ ਜੀ, ਮੈਂ ਉਸ ਦੇ ਲਈ ਤੇਰਾ ਸ਼ੁਕਰ ਕਰਦਾ। ਤੂੰ ਮੈਨੂੰ ਤੋੜਿਆ ਔਰ ਪ੍ਰਭੂ ਜੀ ਤੂੰ ਮੇਰੀਆਂ ਬਹੁਤ ਸਾਰੀਆਂ ਚੀਜ਼ਾਂ ਨੂੰ ਤੋੜਿਆ ਔਰ ਉਹਨਾਂ ਨੂੰ ਬਣਿਆ। ਮੈਂ ਤੇਰਾ ਬਹੁਤ ਸ਼ੁਕਰ ਕਰਦਾ ਉਹਨਾਂ ਚੀਜ਼ਾਂ। ਮੇਰੇ ਮਾਲਕ, ਜੇ ਤੂੰ ਇਹ ਕੰਮ ਨਾ ਕਰਦਾ ਤੇ ਸ਼ਾਇਦ ਮੈਂ ਆਪਣੀ ਸਾਰੀ ਉਮਰ ਬੇਵਕੂਫੀ ਦੇ ਵਿੱਚ ਜੀਂਦਾ। ਇਹ ਸਿੱਖਣ ਸਿਖਾਉਣ ਦਾ ਜੋ ਗਿਫਟ ਹੈ ਪ੍ਰਭੂ ਜੀ, ਇਹ ਤਾਂ ਤੇਰਾ ਗਿਫਟ ਹੈ। ਇਸ ਦਾ ਮੈਨੂੰ ਕੀ ਮਾਣ, ਇਸ ਦੀ ਸਿਰਫ ਸ਼ੁਕਰਗੁਜ਼ਾਰੀ ਹੈ। ਲੇਕਿਨ ਪ੍ਰਭੂ ਜੀ, ਤੂੰ ਜ਼ਿੰਦਗੀ 'ਚ ਕੰਮ ਕੀਤਾ, ਮੈਂ ਉਸ ਦੇ ਲਈ ਤੇਰਾ ਸ਼ੁਕਰ ਕਰ। ਇਸੇ ਤਰ੍ਹਾਂ ਪ੍ਰਭੂ ਜੀ ਤੂੰ ਮਹਿੰਦੀ ਦੇ ਵਾਂਗੂ ਰਗੜਦਾ ਹੈ ਤਾਂ ਕਿ ਪ੍ਰਭੂ ਜੀ ਇਹ ਜ਼ਿੰਦਗੀ ਰੰਗ ਲੈ ਕੇ ਆਏ। ਮੈਂ ਆਪਣੇ ਭੈਣ ਭਰਾਵਾਂ ਦੇ ਲਈ ਦੁਆ ਕਰਦਾ ਪ੍ਰਭੂ ਜੀ, ਤੂੰ ਇਹਨਾਂ ਨੂੰ ਸਭ ਨੂੰ ਆਪਣੀ ਬਰਕਤ ਦੇ। ਇਹਨਾਂ ਸਭ ਨੂੰ ਪ੍ਰਭੂ ਜੀ ਆਪਣੀ ਹਜ਼ੂਰੀ ਦੇ ਵਿੱਚ ਸਾਨੂੰ ਸਭ ਨੂੰ ਬਹਿਣਾ ਸਿਖਾ। ਭਾਵੇਂ ਅਸੀਂ 5 ਮਿੰਟ ਬੈਠੀਏ ਸੁਬਾਹ ਸ਼ਾਮ, ਸਾਨੂੰ ਉਸ ਆਨੰਦ ਦੇ ਵਿੱਚ ਬਹਿਣਾ ਸਿਖਾ। ਸਾਨੂੰ ਆਪਣੀ ਮੁਕਤੀ ਦੀ ਮਹਿਕ ਜੋ ਮਹਿਸੂਸ ਹੋਏ, ਜੋ ਘਰ ਦੀ ਮਹਿਕ ਪ੍ਰਭੂ ਜੀ ਮਹਿਸੂਸ ਹੋਏ। ਖੁਦਾਵੰਦ, ਸਾਨੂੰ ਤੂੰ ਜਿੱਥੇ ਅਸੀਂ ਜਾ ਰਹੇ ਹਾਂ ਪ੍ਰਭੂ ਜੀ, ਉਸ ਦੀ ਮਹਿਕ ਸਾਨੂੰ ਦੇਣੀ ਸ਼ੁਰੂ ਕਰ। ਸਾਡਾ ਰਿਸ਼ਤਾ ਪ੍ਰਭੂ ਜੀ ਘਰ ਨਾਲ ਬੰਨਣਾ ਸ਼ੁਰੂ ਕਰ ਦਿੱਤਾ ਪ੍ਰਭੂ ਜੀ ਇੱਥੇ ਦੇ ਜਿਹੜੇ ਧਾਗੇ ਆ ਖੁਦਾਵੰਦ, ਅਸੀਂ ਤੇਰੇ ਨਾਲ ਬੰਨੀਏ। ਸਾਨੂੰ ਉਹੀ ਪ੍ਰਭੂ ਜੀ ਖੁਸ਼ੀ ਦੇ ਜੋ ਤੇਰੇ ਬੰਦੇ ਦਾਊਦ ਨੂੰ ਸੀ। और किस तरह प्रभु जी शुक्रगुजारियां करता पिया कि मैं घर नूं आ गया। मेरे प्यारे प्रभु, अपने बच्चों के नाल तू बनिया, तू मेरे नाल तू बनिया, साडे अगे साडे पिछे सज्जे खब्बे प्रभु जी, साडे पैरां च छोटा रस्ता, स्वर्ग तो तेरी निगाहबानी, अंदर पवित्र आत्मा दी हाज़री, बाप दी नजर, बेटे दा साथ, पवित्र आत्मा की पूरी सारे सब के नाल बनी रहे। हुण तो लैके जब तक असीं दोबारा मिलिए प्रभु जी, तेरी दया और तेरा प्यार वाला हाथ तेरे बच्चों ते बने। तेरियां राखी जो तू साडी राखी करदा, रक्षा करदा प्रभु जी, तेरा हत्थां दा बचाओ साडे आले दुआले बनिया रहे। साडे और साडे अजीजां नूं प्रभु जी तू संभाल और प्रभु जी अपना रहम तू साडे सब ते बना के मसीह यीशु के मीठे और प्यारे नाम। ब्लेस यू ऑल। मंगलवार ਨੂੰ ਮਿਲਾਂਗੇ ਔਰ ਮੰਗਲਵਾਰ ਨੂੰ ਅਸੀਂ ਅਗਲਾ ਹਿੱਸਾ ਦੇਖਣ ਦੀ ਕੋਸ਼ਿਸ਼ ਕਰਾਂਗੇ ਕਿ ਅਸੀਂ ਅਗਲੇ ਹਫਤੇ ਇਸ 5ਵੇਂ ਔਰ 6ਵੇਂ ਚੈਪਟਰ ਨੂੰ ਅਸੀਂ ਖਤਮ ਕਰ ਸਕੀਏ। ਪ੍ਰਭੂ ਤੁਹਾਨੂੰ ਬਹੁਤ ਬਰਕਤ ਦੇ ਔਰ ਤੁਹਾਡੇ ਸਭ ਦੇ ਨਾਲ